हाँ जी, ਆਪਾਂ ਹਾਜ਼ਰ ਹਾਂ ਜੀ CDP ਦੀ ਨਵੀਂ ਕਲਾਸ ਲੈ ਕੇ। ਅੱਜ ਆਪਾਂ ਚੈਪਟਰ ਜਿਹੜਾ ਕਰਨ ਜਾ ਰਹੇ ਹਾਂ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਸ ਦਾ ਨਾਮ ਹੈਗਾ ਲੈਂਗੁਏਜ ਐਂਡ ਥੋਟ। ਹਰੇਕ ਸਾਲ ਜਦੋਂ ਵੀ PSTET ਕੰਡਕਟ ਕਰਾਇਆ ਜਾਂਦਾ ਹੈ 1 ਤੋਂ 2 ਕੁਐਸਚਨ ਜਿਹੜੇ ਨੇ ਇਸ ਟੌਪਿਕ ਦੇ ਵਿੱਚੋਂ ਬਣਦੇ ਹੀ ਬਣਦੇ ਨੇ। ਠੀਕ ਹੈ ਜੀ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤਾਂ ਚੈਪਟਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਸਿਲੇਬਸ ਨੂੰ ਦੇਖ ਲਓ ਜੀ। ਆਹ CDP ਦਾ ਜਿਹੜਾ ਆਪਣਾ ਸਿਲੇਬਸ ਹੈ, ਇਸ ਦੇ ਵਿੱਚ ਆਪਾਂ ਫਸਟ ਚੈਪਟਰ ਤੋਂ ਲੈ ਕੇ ਮਲਟੀ ਡਾਇਮੈਂਸ਼ਨਲ ਇੰਟੈਲੀਜੈਂਸ ਤੱਕ ਆਲ ਚੈਪਟਰ ਜਿਹੜੇ ਹੈ ਕਰ ਚੁੱਕੇ ਹਾਂ। ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਹਾਂ ਇਹ ਵਾਲਾ ਹੈ ਜੀ, ਲੈਂਗੁਏਜ ਐਂਡ ਥੋਟ। ਕਲੀਅਰ ਹੈ ਜੀ। ਸਿਲੇਬਸ ਦੇ ਅਕੋਰਡਿੰਗ ਸਿਰਫ ਆਪਣੇ 2 ਤੋਂ 3 ਚੈਪਟਰ ਜਿਹੜੇ ਨੇ ਇਸ ਜਿਹੜੀ CDP ਹੈ ਇਹਦੇ ਵਿੱਚ ਰਹਿ ਚੁੱਕੇ ਨੇ ਜੀ, ਉਹ ਵੀ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਤਾਂ ਆਓ ਹੁਣ ਚੈਪਟਰ ਸਟਾਰਟ ਕਰਦੇ ਹਾਂ ਜੀ, ਲੈਂਗੁਏਜ ਐਂਡ ਥੋਟ ਦਾ। ਤਾਂ ਦੇਖੋ ਇਸ ਚੈਪਟਰ ਦੇ ਵਿੱਚ 2 ਟਰਮਸ ਯੂਜ਼ ਕੀਤੀਆਂ ਗਈਆਂ ਨੇ ਜੀ, ਇੱਕ ਹੈਗਾ ਲੈਂਗੁਏਜ ਅਤੇ ਇੱਕ ਹੈਗਾ ਥੋਟ। ਲੈਂਗੁਏਜ ਹੁੰਦੀ ਹੈ ਜੀ ਭਾਸ਼ਾ, ਠੀਕ ਹੈ, ਅਤੇ ਥੋਟ ਹੁੰਦੇ ਨੇ ਜੀ ਵਿਚਾਰ ਜਾਂ ਫਿਰ ਚਿੰਤਨ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਹੁਣ ਇਹਨਾਂ ਦੋਹਾਂ ਦੇ ਵਿੱਚ ਦੇਖੋ ਜਿਹੜਾ ਇੱਕ ਮੇਨ ਚੀਜ਼ ਆ ਉਹ ਇਹ ਹੈ ਕਿ ਦੋਨੋਂ ਇੰਟਰ ਰਿਲੇਟਿਡ ਨੇ, ਯਾਨੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਕਲੀਅਰ ਹੈ। ਥੋਟ ਤੋਂ ਬਿਨਾਂ ਲੈਂਗੁਏਜ ਕੰਮ ਨਹੀਂ ਕਰਦੀ ਅਤੇ ਲੈਂਗੁਏਜ ਤੋਂ ਬਿਨਾਂ ਥੋਟ ਕੰਮ ਨਹੀਂ ਕਰਦੀ। ਦੋਨੋਂ ਕੀ ਨੇ? ਇੰਟਰ ਰਿਲੇਟਿਡ ਨੇ। ਕਲੀਅਰ ਹੈ। ਤਾਂ ਦੇਖੋ ਜਿਹੜਾ ਆਪਣਾ ਹਿਊਮਨ ਬ੍ਰੇਨ ਹੈ ਯਾਨੀ ਮਨੁੱਖੀ ਦਿਮਾਗ ਹੈ, ਇਸ ਦੇ 2 ਹਿੱਸੇ ਨੂੰ ਲੈ ਕੇ ਚੱਲੋ ਤੁਸੀਂ। ਇਹ ਹੈਗਾ ਲੈਫਟ ਵਾਲਾ ਅਤੇ ਇਹ ਹੈਗਾ ਰਾਈਟ ਵਾਲਾ, 2 ਹਿੱਸੇ ਨੇ। ਕਲੀਅਰ ਹੈ। ਹੁਣ 2 ਹਿੱਸਿਆਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ ਜਿਹੜਾ ਲੈਫਟ ਵਾਲਾ ਹੈ ਇਹਨੂੰ ਆਪਾਂ ਕਹਾਂਗੇ ਲੈਫਟ ਹੈਮੀਸਫੇਅਰ। ਸਪੈਲਿੰਗ ਤੁਸੀਂ ਇੱਥੇ ਦੇਖ ਸਕਦੇ ਹੋ, HEMISPHERE। ਠੀਕ ਹੈ, ਲੈਫਟ ਹੈਮੀਸਫੇਅਰ। ਅਤੇ ਜਿਹੜਾ ਸੱਜੇ ਵਾਲਾ ਹੈ ਉਹਨੂੰ ਤੁਸੀਂ ਕਹਿਣਾ ਰਾਈਟ ਹੈਮੀਸਫੇਅਰ। ਠੀਕ ਹੈ, ਰਾਈਟ ਹੈਮੀਸਫੇਅਰ। ਇਹ ਆਪਣੇ ਕੋਲ 2 ਪਾਰਟ ਨੇ ਜੀ, ਲੈਫਟ ਹੈਮੀਸਫੇਅਰ ਅਤੇ ਰਾਈਟ ਹੈਮੀਸਫੇਅਰ। ਦੋਨੋਂ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਨੇ। ਪਹਿਲਾਂ ਆਪਾਂ ਲੈਫਟ ਬਾਰੇ ਪੜ੍ਹਦੇ ਹਾਂ। ਦੇਖੋ ਜਿਹੜੀ ਆਪਣੀ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ, ਯਾਨੀ ਆਪਾਂ ਜਿਹੜੇ ਵੀ ਸ਼ਬਦ ਸਿੱਖ ਰਹੇ ਹਾਂ, ਜੋ ਵੀ ਆਪਾਂ ਭਾਸ਼ਾ ਵਿਕਾਸ ਕਰ ਰਹੇ ਹਾਂ, ਜੋ ਵੀ ਆਪਣੇ ਦਿਮਾਗ ਦੇ ਵਿੱਚ ਭਾਸ਼ਾ ਦੇ ਰਿਲੇਟਿਡ ਹੈਗਾ ਏ, ਉਹ ਕਿਹੜੇ ਹਿੱਸੇ ਦੇ ਵਿੱਚ ਹੈ? ਉਹ ਹੈ ਲੈਫਟ ਹੈਮੀਸਫੇਅਰ। ਜੇਕਰ ਕੁਐਸਚਨ ਆ ਜਾਏ ਕਿ ਲੈਂਗੁਏਜ ਡਿਵੈਲਪਮੈਂਟ ਦੇ ਵਿੱਚ ਜਿਹੜਾ ਹਿਊਮਨ ਬ੍ਰੇਨ ਦਾ ਕਿਹੜਾ ਪਾਰਟ ਜ਼ਿਆਦਾ ਐਕਟਿਵ ਹੁੰਦਾ ਏ, ਜਾਂ ਫਿਰ ਕਿਹੜੇ ਪਾਰਟ ਦੇ ਦੁਆਰਾ ਤੁਹਾਡੀ ਲੈਂਗੁਏਜ ਜਿਹੜੀ ਹੈ ਡਿਵੈਲਪ ਹੁੰਦੀ ਹੈ, ਤਾਂ ਉਹ ਹੋਊਗਾ ਜੀ ਲੈਫਟ ਹੈਮੀਸਫੇਅਰ। ਕਲੀਅਰ ਹੈ। ਜਿਹੜਾ ਰਾਈਟ ਹੈਮੀਸਫੇਅਰ ਹੈ ਉਹ ਕਾਹਦੇ ਲਈ ਹੈ? ਉਹ ਇਮੈਜੀਨੇਸ਼ਨ ਲਈ ਹੈ। ਠੀਕ ਹੈ, ਯਾਨੀ ਜਿਹੜੇ ਤੁਸੀਂ ਥੋਟਸ ਸੋਚਦੇ ਹੋ ਜਾਂ ਇਮੈਜਿਨ ਕਰਦੇ ਹੋ, ਠੀਕ ਹੈ, ਉਹ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਰਾਈਟ ਹੈਮੀਸਫੇਅਰ ਦੇ ਵਿੱਚ ਆਉਂਦੀਆਂ ਨੇ। ਤਾਂ ਰਾਈਟ ਹੈਮੀਸਫੇਅਰ ਦੇ ਵਿੱਚ ਇੱਕ ਹੋ ਗਈ ਇਮੈਜੀਨੇਸ਼ਨ, ਇੱਕ ਹੋ ਗਿਆ ਜੀ ਕ੍ਰੀਏਟੀਵਿਟੀ। ਠੀਕ ਹੈ, ਕ੍ਰੀਏਟੀਵਿਟੀ ਯਾਨੀ ਕੁਛ ਨਵਾਂ ਬਣਾਉਣਾ। ਤਾਂ 2 ਪਾਰਟ ਨੇ ਜੀ। ਜਿਹੜਾ ਲੈਫਟ ਵਾਲਾ ਹੈ ਉਹਨੂੰ ਆਪਾਂ ਲੈਂਗੁਏਜ ਡਿਵੈਲਪਮੈਂਟ ਦੇ ਲਈ ਕਹਾਂਗੇ, ਠੀਕ ਹੈ, ਜਿਹਨੂੰ ਲੈਫਟ ਹੈਮੀਸਫੇਅਰ ਕਹਿ ਦਿੰਦੇ ਹਾਂ। ਅਤੇ ਜਿਹੜਾ ਰਾਈਟ ਵਾਲਾ ਹੈ ਉਹਨੂੰ ਆਪਾਂ ਕ੍ਰੀਏਟੀਵਿਟੀ ਅਤੇ ਇਮੈਜੀਨੇਸ਼ਨ ਲਈ ਕਹਾਂਗੇ। ਕਲੀਅਰ ਹੈ, ਇਹ ਚੀਜ਼ ਸਮਝ ਆ ਗਈ? ਇਹਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾਂਦੇ ਨੇ, ਤਾਂ ਹੀ ਇਹ ਜਿਹੜੀ ਸਲਾਈਡ ਹੈ ਤੁਹਾਡੇ ਲਈ ਐਡ ਕੀਤੀ ਗਈ ਹੈ। ਤਾਂ ਹੁਣ ਉਸ ਤੋਂ ਬਾਅਦ ਦੇਖੋ ਲੈਂਗੁਏਜ ਡਿਵੈਲਪਮੈਂਟ ਹੈ ਜਿਹੜੀ, ਫਸਟ ਚੈਪਟਰ ਜਿਹੜਾ ਆਪਾਂ ਨੇ ਡਿਵੈਲਪਮੈਂਟ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਿਸਮਾਂ ਦੱਸੀਆਂ ਸੀ ਡਿਵੈਲਪਮੈਂਟ ਦੀਆਂ, ਹੈ ਨਾ, ਸੋਸ਼ਲ ਡਿਵੈਲਪਮੈਂਟ, ਲੈਂਗੁਏਜ ਡਿਵੈਲਪਮੈਂਟ, ਮੋਰਲ ਡਿਵੈਲਪਮੈਂਟ, ਕੋਗਨੀਟਿਵ ਡਿਵੈਲਪਮੈਂਟ। ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੱਸੀਆਂ ਸੀਗੀਆਂ, ਜੇਕਰ ਤੁਹਾਨੂੰ ਯਾਦ ਹੈ। ਤਾਂ ਹੁਣ ਦੇਖੋ ਜਿਹੜਾ ਇੱਕ ਡਿਵੈਲਪਮੈਂਟ ਹੁੰਦਾ ਹੈ ਜਿਹਨੂੰ ਆਪਾਂ ਲੈਂਗੁਏਜ ਡਿਵੈਲਪਮੈਂਟ ਕਹਿ ਦਿੰਦੇ ਹਾਂ, ਠੀਕ ਹੈ, ਉਹ ਕੋਗਨੀਟਿਵ ਡਿਵੈਲਪਮੈਂਟ ਦੇ ਅੰਦਰ ਹੀ ਆਉਂਦਾ ਹੈ। ਠੀਕ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ, ਜੇਕਰ ਤੁਸੀਂ ਪਹਿਲੀ ਵੀਡੀਓ ਦੇਖੀ ਹੋਈ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜਿਹੜੇ ਨੇ ਸਬ ਪਾਰਟ ਨੇ, ਯਾਨੀ ਇੱਕ ਪਾਰਟ ਦੇ ਵਿੱਚੋਂ ਦੂਜਾ ਪਾਰਟ ਕੱਟਿਆ ਹੋਇਆ ਹੈ। ਠੀਕ ਹੈ, ਤਾਂ ਜਿਹੜਾ ਲੈਂਗੁਏਜ ਡਿਵੈਲਪਮੈਂਟ ਹੈ ਉਹ ਕੋਗਨੀਟਿਵ ਡਿਵੈਲਪਮੈਂਟ ਦਾ ਹੀ ਇੱਕ ਹਿੱਸਾ ਹੈ, ਉਹਦੇ ਅੰਦਰ ਹੀ ਉਹ ਜਿਹੜਾ ਇਹ ਕੰਮ ਕਰਦਾ ਹੈ। ਕਲੀਅਰ ਹੈ। ਤਾਂ ਹੁਣ ਦੇਖੋ ਜਿਹੜੀ ਲੈਂਗੁਏਜ ਡਿਵੈਲਪਮੈਂਟ ਹੈ ਉਹ 4 ਤਰੀਕਿਆਂ ਨਾਲ ਕੰਮ ਕਰਦੀ ਹੈ। ਕਿਹੜੇ ਤਰੀਕੇ ਹੁੰਦੇ ਨੇ ਜੀ? LSRW, ਵੈਰੀ ਇੰਪੋਰਟੈਂਟ ਨੇ ਇਹ 4 ਤਰੀਕੇ ਨਾਲ ਜਿਹੜੀ ਭਾਸ਼ਾ ਹੈ ਉਹ ਕੰਮ ਕਰਦੀ ਹੈ। LSRW ਯਾਨੀ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਜੇਕਰ ਆ ਜਾਵੇ ਕਿ ਭਾਸ਼ਾ ਦੇ 4 ਕੌਸ਼ਲ ਕਿਹੜੇ ਨੇ, ਤਾਂ ਇਹੀ ਨੇ LSRW। ਜੇਕਰ ਆ ਜਾਵੇ ਭਾਸ਼ਾ ਦੀਆਂ 4 ਸਕਿੱਲਸ ਕਿਹੜੀਆਂ ਨੇ, ਤਾਂ ਵੀ ਇਹੀ ਨੇ। ਠੀਕ ਹੈ, ਯਾਨੀ ਕਿ ਕਿਸੇ ਵੀ ਤਰੀਕੇ ਨਾਲ ਭਾਸ਼ਾ ਨੂੰ ਘੁਮਾਇਆ ਜਾਵੇ, ਲੇਕਿਨ ਤੁਹਾਡਾ ਜਿਹੜਾ ਆਨਸਰ ਹੈ ਉਹ LSRW ਹੀ ਹੋਣਾ ਚਾਹੀਦਾ ਹੈ। ਲਿਸਨਿੰਗ ਯਾਨੀ ਸੁਣਨ ਕੌਸ਼ਲ, ਸਪੀਕਿੰਗ ਯਾਨੀ ਬੋਲਣ ਕੌਸ਼ਲ, ਠੀਕ ਹੈ, ਅਤੇ ਰੀਡਿੰਗ ਯਾਨੀ ਪੜ੍ਹਨ ਵਾਲਾ ਕੌਸ਼ਲ, ਅਤੇ ਰਾਈਟਿੰਗ ਯਾਨੀ ਲਿਖਣ ਵਾਲਾ ਕੌਸ਼ਲ। ਕਲੀਅਰ ਹੈ ਜੀ। ਤਾਂ ਹੁਣ ਦੇਖੋ ਇਹ ਜਿਹੜੇ ਲੈਂਗੁਏਜ ਸਕਿੱਲਸ ਨੇ ਇਹ 4 ਪਾਰਟ ਦੇ ਵਿੱਚ ਡਿਵਾਈਡਿਡ ਨੇ, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਹੁਣ ਇਹਨਾਂ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਪੁਆਇੰਟ ਆ ਉਹ ਸਮਝਣ ਵਾਲਾ ਏ, ਜਿਹੜੀ ਲਿਸਨਿੰਗ ਅਤੇ ਰੀਡਿੰਗ ਵਾਲੀ ਸਕਿੱਲ ਹੈ, ਠੀਕ ਹੈ, ਉਹ ਰਿਸੈਪਟਿਵ ਸਕਿੱਲ ਹੈ। ਰਿਸੈਪਟਿਵ ਕਿੱਥੋਂ ਬਣਿਆ? ਰਿਸੀਵ ਤੋਂ। ਜਦੋਂ ਹੁਣ ਦੇਖੋ ਲਿਸਨਿੰਗ ਕੀ ਹੁੰਦਾ ਹੈ? ਸੁਣਨਾ। ਮੰਨ ਲਓ ਮੈਂ ਤੁਹਾਨੂੰ ਕੋਈ ਗੱਲ ਦੱਸ ਰਹੀ ਹਾਂ, ਜਿਵੇਂ ਹੁਣ ਦੇਖੋ ਮੈਂ ਤੁਹਾਨੂੰ ਲੈਕਚਰ ਦੱਸ ਰਹੀ ਹਾਂ, ਹੈ ਨਾ, ਆਪਾਂ ਲੈਕਚਰ ਲਗਾ ਰਹੇ ਹਾਂ, ਮੈਂ ਬੋਲ ਰਹੀ ਹਾਂ, ਤੁਸੀਂ ਉਹਨੂੰ ਸਮਝ ਰਹੇ ਹੋ। ਤਾਂ ਮੈਂ ਜਦੋਂ ਬੋਲ ਰਹੀ ਹਾਂ, ਸਪੀਕਿੰਗ ਕਰ ਰਹੀ ਹਾਂ, ਹੈ ਨਾ, ਤਾਂ ਤੁਸੀਂ ਕੀ ਕਰ ਰਹੇ ਹੋ? ਲਿਸਨਿੰਗ ਕਰ ਰਹੇ ਹੋ, ਉਹਨੂੰ ਸੁਣ ਰਹੇ ਹੋ। ਤਾਂ ਤੁਸੀਂ ਉਹਦੇ ਰਾਹੀਂ ਕੀ ਕਰਿਆ? ਰਿਸੀਵ ਕਰਿਆ, ਯਾਨੀ ਕਿ ਜੋ ਮੈਂ ਇਸ ਲੈਕਚਰ ਦੇ ਵਿੱਚ ਦੱਸ ਰਹੀ ਹਾਂ ਤੁਸੀਂ ਉਹ ਇਨਫੋਰਮੇਸ਼ਨ ਨੂੰ ਕੀ ਕਰ ਰਹੇ ਹੋ? ਰਿਸੀਵ ਕਰ ਰਹੇ ਹੋ, ਪ੍ਰਾਪਤ ਕਰ ਰਹੇ ਹੋ। ਤਾਂ ਲਿਸਨਿੰਗ ਕਿਹੜੀ ਸਕਿੱਲ ਹੋਈ?
ਰਿਸੈਪਟਿਵ ਸਕਿੱਲ, ਯਾਨੀ ਕਿ ਜਦੋਂ ਆਪਾਂ ਕਿਸੇ ਜਿਹੜੀ ਅਜਿਹੀ ਸਕਿੱਲ ਹੈ ਜਿਹਦੇ ਤੋਂ ਆਪਾਂ ਕੁਛ ਪ੍ਰਾਪਤ ਕਰਦੇ ਹਾਂ, ਕੁਛ ਸਿੱਖਦੇ ਹਾਂ, ਉਹਨੂੰ ਆਪਾਂ ਕੀ ਕਹਾਂਗੇ? ਰਿਸੈਪਟਿਵ ਸਕਿੱਲ। ਤਾਂ ਲਿਸਨਿੰਗ ਕਿਹੜੀ ਦੇ ਵਿੱਚ ਆਈ? ਰਿਸੈਪਟਿਵ ਦੇ ਵਿੱਚ ਆਈ। ਠੀਕ ਹੈ। ਦੂਜੀ ਗੱਲ ਕਰ ਲਈਏ ਰੀਡਿੰਗ ਵਾਲੀ। ਹੁਣ ਦੇਖੋ ਮੈਂ ਸਲਾਈਡ 'ਤੇ ਪੜ੍ਹ ਰਹੀ ਹਾਂ, ਠੀਕ ਹੈ, ਇੱਦਾਂ ਆਪਾਂ ਟਿਕ ਮਾਰਕਸ ਲਗਾ ਰਹੇ ਹਾਂ, ਜਾਂ ਆਪਾਂ ਕੋਈ ਚੈਪਟਰ, ਜਾਂ ਕੋਈ ਬੱਚਾ ਜਿਹੜਾ ਹੈ ਕਲਾਸ ਦੇ ਵਿੱਚ ਚੈਪਟਰ ਪੜ੍ਹ ਰਿਹਾ ਹੈ, ਠੀਕ ਹੈ, ਆਪਾਂ ਕਹਿ ਦਿੰਦੇ ਹਾਂ ਵੀ ਕਾਫੀ ਸਾਰੇ ਬੱਚੇ ਨੇ, ਇੱਕ ਬੱਚੇ ਨੂੰ ਆਪਾਂ ਕਹਿ ਰਹੇ ਹਾਂ ਵੀ ਬਾਹਰ ਆ ਕੇ ਤੂੰ ਪਹਿਲਾਂ ਪਹਾੜੇ ਸੁਣਾ, ਬਾਕੀ ਬੱਚੇ ਤੈਨੂੰ ਸੁਣਨਗੇ। ਤਾਂ ਜਿਹੜੇ ਬਾਕੀ ਬੱਚੇ ਸੁਣ ਰਹੇ ਨੇ, ਜਾਂ ਫਿਰ ਜਿਹੜਾ ਰੀਡਿੰਗ ਕਰ ਰਿਹਾ ਹੈ, ਉਹ ਵਿਅਕਤੀ ਵੀ ਜਿਹੜਾ ਰੀਡ ਕਰ ਰਿਹਾ ਬੁੱਕ ਨੂੰ ਦੇਖ ਕੇ, ਉਹਨੂੰ ਤਾਂ ਜਿਹੜਾ ਰਿਸੀਵ ਹੋਊਗੀ ਉਹ ਇਨਫੋਰਮੇਸ਼ਨ, ਲੇਕਿਨ ਉਹ ਦੂਜੇ ਬੱਚੇ ਜਿਹੜੇ ਉਹਨੂੰ ਸੁਣ ਰਹੇ ਨੇ ਉਹ ਵੀ ਰਿਸੀਵ ਕਰਨਗੇ ਇਨਫੋਰਮੇਸ਼ਨ ਨੂੰ, ਜੋ ਵੀ ਉਹ ਬੋਲੇਗਾ। ਤਾਂ ਜਿਹੜੀ ਲਿਸਨਿੰਗ ਅਤੇ ਰੀਡਿੰਗ ਵਾਲੀ ਸਕਿੱਲ ਆ ਉਹ ਕਿਹਦੇ ਵਿੱਚ ਆ ਗਈ? ਉਹ ਆ ਗਈ ਜੀ ਰਿਸੈਪਟਿਵ ਸਕਿੱਲ। ਠੀਕ ਹੈ, ਇੰਨੀ ਗੱਲ ਸਮਝ ਆ ਗਈ। ਹੁਣ ਦੂਜੀ ਗੱਲ ਦੇਖੋ, ਦੂਜੀ ਸਕਿੱਲਸ ਨੇ ਆਪਣੇ ਕੋਲ ਸਪੀਕਿੰਗ ਅਤੇ ਰਾਈਟਿੰਗ। ਠੀਕ ਹੈ, ਸਪੀਕਿੰਗ ਟਾਈਮ ਜਦੋਂ ਆਪਾਂ ਬੋਲਦੇ ਹਾਂ, ਆਪਾਂ ਕੀ ਕਰ ਰਹੇ ਹਾਂ? ਪ੍ਰੋਡਕਟ ਕਰ ਰਹੇ ਹਾਂ, ਪ੍ਰੋਡਕਟਿਵ ਕਰ ਰਹੇ ਹਾਂ, ਯਾਨੀ ਆਪਾਂ ਕਿਸੇ ਚੀਜ਼ ਨੂੰ ਬਾਹਰ ਜਿਹੜਾ ਹੈ ਉਹ ਪ੍ਰੋਡਿਊਸ ਕਰ ਰਹੇ ਹਾਂ। ਠੀਕ ਹੈ, ਆਪਾਂ ਬੋਲ ਰਹੇ ਹਾਂ, ਜਿਵੇਂ ਮੈਂ ਲੈਕਚਰ ਲਗਾ ਰਹੀ ਹਾਂ, ਮੈਂ ਕੀ ਕਰ ਰਹੀ ਹਾਂ? ਮੈਂ ਆਪਦੇ ਸ਼ਬਦਾਂ ਨੂੰ ਬਾਹਰ ਦੱਸ ਰਹੀ ਹਾਂ, ਉਹਨਾਂ ਨੂੰ ਪ੍ਰੋਡਿਊਸ ਕਰ ਰਹੀ ਹਾਂ। ਠੀਕ ਹੈ, ਉਹ ਇੱਕ ਦੱਸਣ ਦਾ ਤਰੀਕਾ ਹੋ ਗਿਆ। ਦੂਜਾ ਤਰੀਕਾ ਹੋ ਗਿਆ ਰਾਈਟਿੰਗ, ਜਾਂ ਫਿਰ ਮੈਂ ਲਿਖ ਕੇ, ਜਾਂ ਤੁਸੀਂ ਕੋਈ ਚੀਜ਼ ਨੂੰ ਲਿਖ ਕੇ ਦੱਸ ਰਹੇ ਹੋ, ਹੈ ਨਾ, ਪ੍ਰੋਡਿਊਸ ਕਰ ਰਹੇ ਹੋ, ਤਾਂ ਉਹ ਕੀ ਹੋ ਗਈ? ਪ੍ਰੋਡਕਟਿਵ ਸਕਿੱਲ। ਯਾਨੀ ਕਿ ਜਿਹੜੀ ਰਿਸੈਪਟਿਵ ਸਕਿੱਲ ਹੁੰਦੀ ਆ ਉਹਦੇ ਵਿੱਚ ਆਪਾਂ ਕੁਛ ਪ੍ਰਾਪਤ ਕਰ ਰਹੇ ਹੁੰਦੇ ਹਾਂ। ਠੀਕ ਹੈ, ਅਤੇ ਜਿਹੜਾ ਸਪੀਕਿੰਗ ਅਤੇ ਰਾਈਟਿੰਗ ਸਕਿੱਲ ਹੈ ਇਹਦੇ ਵਿੱਚ ਆਪਾਂ ਕੁਛ ਪ੍ਰੋਡਿਊਸ ਕਰਦੇ ਹਾਂ, ਯਾਨੀ ਕੁਛ ਦੇ ਰਹੇ ਹੁੰਦੇ ਹਾਂ, ਕੁਛ ਦੱਸ ਰਹੇ ਹੁੰਦੇ ਹਾਂ। ਕਲੀਅਰ ਹੈ? ਦੋਨਾਂ ਦੇ ਵਿੱਚ ਡਿਫਰੈਂਸ ਸਮਝ ਆ ਗਿਆ? ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਜ਼ਰੂਰ ਸਮਝ ਲਿਓ। ਬਹੁਤ ਸਾਰੇ ਕੁਐਸਚਨਸ ਦੇ ਵਿੱਚ ਜਿਹੜਾ ਲੈਂਗੁਏਜ ਨੂੰ ਘੁਮਾ ਕੇ ਇਸੇ ਟੌਪਿਕ ਦੇ ਵਿੱਚੋਂ ਕੁਐਸਚਨ ਜਿਹੜੇ ਨੇ ਉਹ ਅਕਸਰ ਪੁੱਛੇ ਜਾਂਦੇ ਨੇ। ਠੀਕ ਹੈ, ਤਾਂ ਯਾਦ ਰੱਖਿਓ, ਜੇਕਰ ਮੈਂ 4 ਆਪਸ਼ਨਾਂ ਦੇ ਦੇਵਾਂ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਦੇ ਵਿੱਚੋਂ ਕਿਹੜੀ ਪ੍ਰੋਡਕਟਿਵ ਸਕਿੱਲ ਹੈ, ਤਾਂ ਕਿਹੜੀਆਂ ਨੇ ਜੀ? ਸਪੀਕਿੰਗ ਸਕਿੱਲ ਪ੍ਰੋਡਕਟਿਵ ਹੈ ਅਤੇ ਰਾਈਟਿੰਗ ਪ੍ਰੋਡਕਟਿਵ ਹੈ, ਜਦ ਕਿ ਲਿਸਨਿੰਗ ਅਤੇ ਰੀਡਿੰਗ ਕਿਹੜੀ ਸਕਿੱਲ ਹੈ ਜੀ? ਰਿਸੈਪਟਿਵ ਸਕਿੱਲ ਹੈ, ਰਿਸੀਵ ਕਰਨ ਵਾਲੀ ਸਕਿੱਲ ਹੈ। ਕਲੀਅਰ ਹੈ ਜੀ? ਇੰਨੀ ਗੱਲ ਸਮਝ ਆ ਗਈ। ਹੁਣ ਦੇਖੋ ਆਪਣੀ ਜਿਹੜੀ ਸੈਂਸਿਸ ਨੇ, ਯਾਨੀ ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ ਨੇ, ਹੈ ਨਾ, ਉਹ ਕਾਹਦੇ ਵਿੱਚ ਕੰਮ ਕਰਦੀਆਂ ਨੇ? ਉਹ ਕਿਹੜੀ ਚੀਜ਼ ਲਈ ਕੰਮ ਕਰਦੀਆਂ ਨੇ? ਤਾਂ ਇਟ ਇਜ਼ ਯੂਜ਼ ਫੋਰ ਲਰਨਿੰਗ ਐਂਡ ਅੰਡਰਸਟੈਂਡਿੰਗ, ਯਾਨੀ ਕਿਸੇ ਚੀਜ਼ ਨੂੰ ਸਿੱਖਣ ਦੇ ਲਈ, ਕਿਸੇ ਚੀਜ਼ ਨੂੰ ਸਮਝਣ ਦੇ ਲਈ ਆਪਣੀ ਜਿਹੜੀ ਸੈਂਸਿਸ ਨੇ ਉਹ ਕੰਮ ਆਉਂਦੀਆਂ ਨੇ, ਗਿਆਨ ਇੰਦਰੀਆਂ ਕੰਮ ਆਉਂਦੀਆਂ ਨੇ। ਕਲੀਅਰ ਹੈ? ਤਾਂ ਹੁਣ ਜੇ ਕੁਐਸਚਨ ਆ ਜਾਵੇ ਕਿ ਜਿਹੜੀ ਲੈਂਗੁਏਜ ਡਿਵੈਲਪਮੈਂਟ ਹੈ, ਯਾਨੀ ਭਾਸ਼ਾ ਦਾ ਜਿਹੜਾ ਵਿਕਾਸ ਹੈ, ਉਹ ਕਦੋਂ ਤੋਂ ਸਟਾਰਟ ਹੁੰਦਾ ਹੈ? ਆ ਸਕਦਾ ਇਹ ਕੁਐਸਚਨ, ਹੈ ਨਾ। ਤਾਂ ਇਹ ਜਿਹੜਾ ਡਿਵੈਲਪਮੈਂਟ ਹੈ, ਭਾਸ਼ਾ ਦਾ ਵਿਕਾਸ ਹੈ, ਇਹ ਹੁੰਦਾ ਹੈ ਜੀ ਸਟਾਰਟ ਇਨਫੈਂਸੀ ਸਟੇਜ ਤੋਂ। ਕਿਹੜੀ ਸਟੇਜ ਤੋਂ ਹੁੰਦਾ ਹੈ ਜੀ? ਇਨਫੈਂਸੀ ਸਟੇਜ, ਜਿਹਨੂੰ ਆਪਾਂ ਕਹਿੰਦੇ ਹਾਂ ਜੀ ਸ਼ਿਸ਼ੂ ਅਵਸਥਾ। ਇਨਫੈਂਸੀ ਸਟੇਜ, ਸ਼ਿਸ਼ੂ ਅਵਸਥਾ। ਤਾਂ ਜੇਕਰ ਕੁਐਸਚਨ ਆ ਜਾਵੇ ਕਿ ਜਿਹੜੀ ਲੈਂਗੁਏਜ ਡਿਵੈਲਪਮੈਂਟ ਹੈ ਉਹ ਕਿੱਥੋਂ ਸਟਾਰਟ ਹੁੰਦੀ ਹੈ, ਕਿਹੜੀ ਉਮਰ ਤੋਂ ਸਟਾਰਟ ਹੁੰਦੀ ਹੈ, ਤਾਂ ਉਹ ਹੁੰਦੀ ਹੈ ਜੀ ਇਨਫੈਂਸੀ ਸਟੇਜ ਤੋਂ ਸਟਾਰਟ। ਕਲੀਅਰ ਹੈ ਜੀ? ਇਹ ਤੋਂ ਬਿਨਾਂ ਜੇਕਰ ਤੁਸੀਂ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਬਾਰੇ ਹੋਰ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਲਾਈਡ ਨੂੰ ਜਿਹੜਾ ਧਿਆਨ ਦੇ ਨਾਲ ਪੜ੍ਹ ਸਕਦੇ ਹੋ। ਠੀਕ ਹੈ, ਅੱਗੇ ਵਧਦੇ ਹਾਂ ਜੀ ਆਪਾਂ। ਅੱਗੇ ਹੈਗੇ ਨੇ ਜੀ ਆਪਣੇ ਕੋਲ ਡਿਵੈਲਪਮੈਂਟ ਮਾਈਲਸਟੋਨਸ। ਇਹਨੂੰ ਤੁਸੀਂ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਸਮਝਾਵਾਂ ਤਾਂ ਆਪਾਂ ਲਿਖਾਂਗੇ ਕਿ ਕਿੰਨੇ ਸਾਲ ਦੇ ਵਿੱਚ ਬੱਚਾ ਕਿੰਨੇ ਸ਼ਬਦ, ਕਿੰਨੇ ਅੱਖਰ, ਕਿੰਨੇ ਵਾਕ ਸਿੱਖ ਲੈਂਦਾ ਹੈ। ਠੀਕ ਹੈ, ਤਾਂ ਇਹਦੇ 'ਤੇ ਇੱਕ ਅਲੱਗ ਤੋਂ ਥਿਊਰੀ ਵੀ ਬਣੀ ਹੋਈ ਹੈ, ਲੇਕਿਨ ਤੁਸੀਂ ਜਿਹੜਾ ਮੇਨ ਚੀਜ਼ ਆ ਉਹ ਲਿਖੋ ਕਿ ਇੱਕ ਪ੍ਰੋਫੈਸਰ ਹੋਏ ਨੇ ਜੀ, ਉਹਨਾਂ ਦਾ ਨਾਮ ਹੈ ਪ੍ਰੋਫੈਸਰ ਸਮਿਥ। ਠੀਕ ਹੈ, ਤਾਂ ਇਹ ਜਿਹੜੇ ਪ੍ਰੋਫੈਸਰ ਸਮਿਥ ਨੇ, ਇਹਨਾਂ ਨੇ ਇੱਕ ਜਿਹੜੀ ਆ ਆਪਣੀ ਥਿਊਰੀ ਦੇ ਅੰਦਰ ਦੱਸਿਆ ਹੋਇਆ ਏ, ਠੀਕ ਹੈ, ਭਾਸ਼ਾ ਬਾਰੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ 1 ਸਾਲ ਦਾ ਬੱਚਾ ਹੈ, ਯਾਨੀ 1 ਸਾਲ ਦਾ 1 ਈਅਰ ਦਾ, ਠੀਕ ਹੈ, ਜਿਹੜਾ 1 ਸਾਲ ਦਾ ਬੱਚਾ ਹੈ ਉਹ 3 ਸ਼ਬਦ ਸਿੱਖਦਾ ਹੈ, ਯਾਨੀ 3 ਵਰਡ। ਠੀਕ ਹੈ, ਯਾਨੀ 1 ਸਾਲ ਦੇ ਬੱਚੇ ਨੂੰ ਲਗਭਗ 3 ਸ਼ਬਦ ਆਉਂਦੇ ਹੁੰਦੇ ਨੇ, ਅਤੇ 2 ਸਾਲ ਦੇ ਬੱਚੇ ਨੂੰ ਕਹਿੰਦੇ 272 ਸ਼ਬਦ। ਕਿੰਨੇ? 272 ਸ਼ਬਦ। ਇਹ ਕਹਿਣਾ ਕਿਹਨਾਂ ਦਾ? ਇਹ ਪ੍ਰੋਫੈਸਰ ਸਮਿਥ ਦਾ। ਠੀਕ ਹੈ, 2 ਸਾਲ ਦੇ ਵਿੱਚ ਕਹਿੰਦੇ 272 ਸ਼ਬਦ, ਅਤੇ 3 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਵੀ ਲਗਭਗ 900 ਤੋਂ ਪਲੱਸ ਸ਼ਬਦ ਜਿਹੜਾ ਉਹ ਬੱਚਾ ਸਿੱਖ ਲੈਂਦਾ ਹੈ, 900 ਤੋਂ ਪਲੱਸ। ਠੀਕ ਹੈ, 4 ਸਾਲ ਦੇ ਵਿੱਚ ਕਹਿੰਦੇ 1600 ਦੇ ਕਰੀਬ, 1600 ਦੇ ਕਰੀਬ ਸ਼ਬਦ ਸਿੱਖ ਲੈਂਦਾ ਹੈ, ਅਤੇ 5 ਸਾਲ ਦੇ ਵਿੱਚ ਲਗਭਗ 2072। ਠੀਕ ਹੈ, 5 ਸਾਲ ਦੀ ਉਮਰ ਦੇ ਵਿੱਚ। ਇਹ ਕਿਹਨਾਂ ਦਾ ਕਹਿਣਾ ਹੈ? ਇਹ ਪ੍ਰੋਫੈਸਰ ਸਮਿਥ ਦਾ ਕਹਿਣਾ ਹੈ ਕਿ ਜੇਕਰ 5 ਸਾਲ ਦੀ ਉਮਰ ਹੋਵੇ ਤਾਂ ਉਹਨੂੰ ਲਗਭਗ 2072 ਸ਼ਬਦ ਪਤਾ ਹੋਣਗੇ। ਲਗਭਗ ਦਾ ਮਤਲਬ ਹੈ ਨੇੜੇ ਤੇੜੇ। ਠੀਕ ਹੈ, 4 ਸਾਲ ਦਾ ਹੋਵੇ ਤਾਂ 1600 ਸ਼ਬਦ, 3 ਸਾਲ ਦਾ ਹੈ ਤਾਂ 900, 2 ਸਾਲ ਦਾ ਹੈ ਤਾਂ 272, ਅਤੇ 1 ਸਾਲ ਦਾ ਹੈ ਤਾਂ 3 ਸ਼ਬਦ। ਇਹ ਕਹਿਣਾ ਜੀ ਪ੍ਰੋਫੈਸਰ ਸਮਿਥ ਦਾ। ਇਹ ਮੈਂ ਤੁਹਾਨੂੰ ਤਾਂ ਨੋਟ ਕਰਾਇਆ ਕਿਉਂਕਿ ਕੁਐਸਚਨ ਪੁੱਛਿਆ ਜਾ ਸਕਦਾ ਕਿ 2 ਸਾਲ ਤੱਕ ਲਗਭਗ ਕਿੰਨੇ ਸ਼ਬਦ ਜਿਹੜਾ ਬੱਚਾ ਬੋਲ ਲੈਂਦਾ ਹੈ, ਕਿੰਨੇ ਉਹ ਸਿੱਖ ਲੈਂਦਾ ਹੈ। ਠੀਕ ਹੈ, ਤਾਂ ਇਹਨੂੰ
ਤਾਂ ਇਹਨੂੰ ਤੁਸੀਂ ਕਾਪੀ 'ਤੇ ਜਿਹੜਾ ਜ਼ਰੂਰ ਨੋਟ ਕਰ ਲਿਓ, ਠੀਕ ਹੈ। ਅੱਗੇ ਵਧਦੇ ਹਾਂ ਜੀ ਆਪਾਂ। ਅੱਗੇ ਆਪਾਂ ਕਰਾਂਗੇ ਲੈਵਲਸ ਆਫ ਲੈਂਗੁਏਜ। ਲੈਵਲਸ ਆਫ ਲੈਂਗੁਏਜ ਦੀ ਕਹਿਣ ਦੀ ਬਜਾਏ ਤੁਸੀਂ ਕਹਿ ਸਕਦੇ ਹੋ ਜੀ ਟਰਮਸ ਆਫ ਲੈਂਗੁਏਜ, ਯਾਨੀ ਲੈਂਗੁਏਜ ਦੀਆਂ ਕੁਛ ਟਰਮਸ ਨੇ ਜੀ, ਠੀਕ ਹੈ। ਪੰਜਾਬੀ ਦੀਆਂ ਅਲੱਗ ਨੇ, ਹਿੰਦੀ ਦੀਆਂ ਅਲੱਗ ਨੇ, ਇੰਗਲਿਸ਼ ਦੀਆਂ ਅਲੱਗ ਨੇ, ਹੈ ਨਾ, ਉਸ ਤਰੀਕੇ ਨਾਲ ਨੇ। ਤਾਂ ਇਹਨਾਂ ਦੀਆਂ ਕੁਛ ਟਰਮਸ ਨੇ, ਇੱਕ ਇੱਕ ਕਰਕੇ ਜਿਹੜਾ ਪੜ੍ਹਦੇ ਹਾਂ। ਪਹਿਲਾ ਹੈਗਾ ਫੋਨੀਮ, ਇਹਨੂੰ ਤੁਸੀਂ ਫੋਨੀਮ ਵੀ ਕਹਿ ਸਕਦੇ ਹੋ, ਫਨੀਮ ਵੀ ਕਹਿ ਸਕਦੇ ਹੋ, ਦੋਨੋਂ ਠੀਕ ਹੈ, ਠੀਕ ਹੈ। ਤਾਂ ਜੇਕਰ ਕੁਐਸਚਨ ਆ ਜਾਵੇ ਕਿ ਸਾਊਂਡ ਦੀ ਯਾਨੀ ਧੁਨੀ ਦੀ ਸਭ ਤੋਂ ਛੋਟੀ ਇਕਾਈ ਸਮੋਲੈਸਟ ਯੂਨਿਟ ਕਿਹੜੀ ਹੈ, ਤਾਂ ਉਹ ਹੈਗੇ ਜੀ ਫੋਨੀਮ। ਕੀ ਹੈ ਜੀ? ਫੋਨੀਮ, ਯਾਨੀ ਕਿ ਸਾਊਂਡ ਦੀ ਧੁਨੀ ਦੀ ਸਭ ਤੋਂ ਸਮੋਲੈਸਟ ਯੂਨਿਟ, ਛੋਟੀ ਇਕਾਈ ਤੁਸੀਂ ਕਹਿ ਸਕਦੇ ਹੋ, ਤਾਂ ਉਹ ਕੀ ਹੈ? ਫੋਨੀਮ ਹੈ। ਕਲੀਅਰ ਹੈ। ਇਸ ਤੋਂ ਬਿਨਾਂ ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ ਕਿ ਇਹ ਇੱਕ ਤਰੀਕੇ ਦਾ ਬੇਸਿਕ ਹੁੰਦਾ ਹੈ, ਬਿਲਡਿੰਗ ਬਲੋਕ ਆਫ ਸਪੋਕਨ ਲੈਂਗੁਏਜ, ਯਾਨੀ ਕਿ ਜਦੋਂ ਆਪਾਂ ਭਾਸ਼ਾ ਨੂੰ ਬੋਲਣਾ ਸਿੱਖਦੇ ਹਾਂ, ਬੋਲਦੇ ਹਾਂ, ਤਾਂ ਉਹਦਾ ਇਹ ਬੇਸਿਕ ਹੈ, ਠੀਕ ਹੈ। ਜੇਕਰ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਤਾਂ ਆਪਾਂ ਅੱਗੇ ਲੈਂਗੁਏਜ ਨੂੰ ਇੰਪਰੂਵ ਨਹੀਂ ਕਰ ਸਕਦੇ, ਪੜ੍ਹ ਨਹੀਂ ਸਕਦੇ, ਠੀਕ ਹੈ। ਤਾਂ ਜੇਕਰ ਕੁਐਸਚਨ ਆ ਜਾਵੇ ਵਿਚ ਇਜ਼ ਦਾ ਸਮੋਲੈਸਟ ਯੂਨਿਟ ਆਫ ਸਾਊਂਡ ਇਨ ਲੈਂਗੁਏਜ, ਜੇਕਰ ਇੰਗਲਿਸ਼ ਦੇ ਵਿੱਚ ਵੀ ਆ ਸਕਦਾ ਤਾਂ ਵੀ ਤੁਹਾਡਾ ਮਤਲਬ ਜਿਹੜਾ ਫਨੀਮ ਹੋਣਾ ਚਾਹੀਦਾ ਹੈ। ਜੇਕਰ ਪੰਜਾਬੀ ਦੇ ਵਿੱਚ ਆਉਂਦਾ ਹੈ ਕਿ ਧੁਨੀ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਤਾਂ ਵੀ ਉਸਦਾ ਆਨਸਰ ਜਿਹੜਾ ਫਨੀਮ ਹੋਣਾ ਚਾਹੀਦਾ ਹੈ, ਠੀਕ ਹੈ। ਅਗਲੀ ਆਪਣੇ ਕੋਲ ਟਰਮ ਹੈਗੀ ਹੈ ਜੀ ਮੋਰਫੀਮ, ਠੀਕ ਹੈ। ਫਨੀਮ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਜੀ ਉੱਪਰ। ਅਗਲੀ ਟਰਮ ਹੈਗੀ ਹੈ ਜੀ ਆਪਣੇ ਕੋਲ ਮੋਰਫੀਮ, ਠੀਕ ਹੈ। ਫਨੀਮ ਆਪਾਂ ਪੜ੍ਹ ਚੁੱਕੇ ਹਾਂ। ਮੋਰਫੀਮ ਕੀ ਹੈ? ਤਾਂ ਦੇਖੋ ਜੇਕਰ ਕੁਐਸਚਨ ਆ ਜਾਏ ਕਿ ਸਭ ਤੋਂ ਛੋਟੀ ਇਕਾਈ ਸਮੋਲੈਸਟ ਯੂਨਿਟ ਕਿਹੜੀ ਹੈ, ਤਾਂ ਉਹ ਤਾਂ ਹੈਗੀ ਹੈ ਫਨੀਮ। ਲੇਕਿਨ ਜੇਕਰ ਆ ਜਾਵੇ ਕਿ ਅਰਥਯੋਗ ਛੋਟੀ ਇਕਾਈ ਕਿਹੜੀ ਹੈ ਜਾਂ ਫਿਰ ਮੀਨਿੰਗਫੁਲ ਛੋਟੀ ਇਕਾਈ, ਠੀਕ ਹੈ, ਤਾਂ ਉਹ ਹੈਗੀ ਹੈ ਮੋਰਫੀਮ। ਯਾਨੀ ਦੋਨਾਂ ਦੇ ਵਿੱਚ ਬਿਲਕੁਲ ਬਾਰੀਕੀ ਜਿਹਾ ਅੰਤਰ ਹੈ। ਜੇਕਰ ਸਿੰਪਲ ਪੁੱਛਿਆ ਜਾਵੇ ਛੋਟੀ ਇਕਾਈ ਸਮੋਲੈਸਟ ਯੂਨਿਟ, ਤਾਂ ਤੁਸੀਂ ਬੇਝਿਜਕ ਫਨੀਮ ਟਿਕ ਕਰਨਾ ਹੈ। ਲੇਕਿਨ ਜੇਕਰ ਉੱਥੇ ਤੁਹਾਨੂੰ ਕਿਤੇ ਵੀ ਮੀਨਿੰਗਫੁਲ ਵਰਡ ਦਿਖ ਗਿਆ, ਉਸ ਕੁਐਸਚਨ ਦੇ ਵਿੱਚ ਮੀਨਿੰਗਫੁਲ ਇਕਾਈ ਪੁੱਛੀ ਆ ਉਹਨਾਂ ਨੇ, ਮੀਨਿੰਗਫੁਲ ਯੂਨਿਟ ਪੁੱਛੀ ਹੈ, ਜਾਂ ਫਿਰ ਪੰਜਾਬੀ ਦੇ ਵਿੱਚ ਤੁਹਾਨੂੰ ਦਿਖ ਗਿਆ ਉੱਥੇ ਅਰਥਯੋਗ, ਤਾਂ ਤੁਸੀਂ ਬਿਨਾਂ ਕਿਸੇ ਝਿਜਕ ਤੋਂ ਸੈਕਿੰਡ ਆਨਸਰ ਜਿਹੜਾ ਟਿਕ ਕਰਨਾ ਹੈ, ਯਾਨੀ ਕਿ ਮੋਰਫੀਮ, ਠੀਕ ਹੈ। ਦੋਨਾਂ ਦੇ ਵਿੱਚ ਡਿਫਰੈਂਸ ਪਤਾ ਲੱਗ ਗਿਆ। ਅਗਲੀ ਥਰਡ ਟਰਮ ਹੈ ਜੀ ਆਪਣੇ ਕੋਲ ਸਿੰਟੈਕਸ। ਤਾਂ ਜਿਵੇਂ ਕਿ ਨਾਮ ਤੋਂ ਪਤਾ ਲੱਗ ਰਿਹਾ ਇਹ ਜਿਹੜਾ ਸਿੰਟੈਕਸ ਹੈ ਇਹ ਸੈਂਟੈਂਸ ਦੇ ਰਿਲੇਟਿਡ ਹੁੰਦਾ ਹੈ। ਜਿਹੜੇ ਪਹਿਲੇ ਦੋ ਨੇ ਨਾ, ਇਹ ਫਨੀਮ ਤੇ ਮੋਰਫੀਮ, ਇਹ ਵਰਡਸ ਦੇ ਰਿਲੇਟਿਡ ਨੇ, ਯਾਨੀ ਸ਼ਬਦਾਂ ਦੇ ਰਿਲੇਟਿਡ, ਠੀਕ ਹੈ। ਲੇਕਿਨ ਜਿਹੜੇ ਆਪਣੇ ਕੋਲ ਅਗਲੇ ਨੇ ਜਿਵੇਂ ਸਿੰਟੈਕਸ ਹੋ ਗਿਆ, ਇਹ ਸੈਂਟੈਂਸ ਦੇ ਰਿਲੇਟਿਡ ਨੇ, ਠੀਕ ਹੈ। ਤਾਂ ਸਿੰਟੈਕਸ ਕੀ ਹੁੰਦਾ ਹੈ? ਸਿੰਟੈਕਸ ਹੁੰਦਾ ਹੈ ਜੀ ਜਿਹੜਾ ਸਟਰਕਚਰ ਦੇ ਰਿਲੇਟਿਡ ਹੁੰਦਾ ਹੈ, ਠੀਕ ਹੈ, ਢਾਂਚੇ ਦੇ ਰਿਲੇਟਿਡ ਹੁੰਦਾ ਹੈ। ਐਗਜ਼ਾਮਪਲਸ ਨੇ, ਜਿਵੇਂ ਪਹਿਲੀ ਐਗਜ਼ਾਮਪਲ ਹੈ ਦ ਬੋਏ ਜੰਪਡ ਹੈਪੀਲੀ, ਅਗਲਾ ਹੈ ਦ ਬੋਏ ਹੈਪੀਲੀ ਜੰਪਡ, ਥਰਡ ਹੈ ਹੈਪੀਲੀ ਦ ਬੋਏ ਜੰਪਡ। ਤਾਂ ਹੁਣ ਦੇਖੋ ਤਿੰਨੋਂ ਠੀਕ ਨੇ, ਤਿੰਨੋਂ ਠੀਕ ਨੇ ਨਾ ਆਪਣੇ ਕੋਲ। ਯਾਨੀ ਕਿ ਜੇਕਰ ਚਾਹੇ ਆਪਾਂ ਵਰਡਸ ਨੂੰ ਜਿਵੇਂ ਮਰਜ਼ੀ ਰੀਅਰੇਂਜ ਕਰ ਲਈਏ, ਲੇਕਿਨ ਫਿਰ ਵੀ ਉਹ ਇੱਕ ਸੈਂਟੈਂਸ ਬਣਦਾ ਹੈ, ਸਿੰਟੈਕਸ ਬਣਦਾ ਹੈ, ਜਿਹੜਾ ਕਿ ਗ੍ਰਾਮੈਟੀਕਲੀ ਰੂਪ ਦੇ ਵਿੱਚ ਕਰੈਕਟ ਹੈ ਅਤੇ ਅਸੈਪਟੇਬਲ ਹੈ। ਉਸ ਨੂੰ ਆਪਾਂ ਕੀ ਕਹਾਂਗੇ? ਸਿੰਟੈਕਸ ਕਹਾਂਗੇ। ਕਲੀਅਰ ਹੈ ਜੀ। ਅਗਲੀ ਟਰਮ ਹੈਗੀ ਆਪਣੇ ਕੋਲ ਸੀਮੈਂਟਿਕਸ, ਵੈਰੀ ਵੈਰੀ ਇੰਪੋਰਟੈਂਟ ਹੈ। ਸੀਮੈਂਟਿਕਸ ਕੀ ਹੁੰਦਾ ਹੈ? ਸੀਮੈਂਟਿਕਸ ਇਜ਼ ਦਾ ਸਟੱਡੀ ਆਫ ਦੀ ਮੀਨਿੰਗ, ਯਾਨੀ ਅਰਥ ਨੂੰ ਜਾਣਨਾ, ਠੀਕ ਹੈ, ਕਿਸੇ ਵਰਡ ਦਾ ਅਰਥ ਜਾਣਨਾ। ਦੈਟ ਇਜ਼ ਯੂਜ਼ ਟੂ ਅੰਡਰਸਟੈਂਡ ਹਿਊਮਨ ਐਕਸਪ੍ਰੈਸ਼ਨ ਥਰੂ ਲੈਂਗੁਏਜ, ਯਾਨੀ ਜਦੋਂ ਆਪਾਂ ਆਪਣੀ ਭਾਸ਼ਾ ਬੋਲਦੇ ਹਾਂ, ਹੈ ਨਾ, ਉਦੋਂ ਆਪਣੇ ਜਿਹੜੇ ਫੇਸ ਐਕਸਪ੍ਰੈਸ਼ਨ ਆਉਂਦੇ ਨੇ ਉਹਨਾਂ ਦੇ ਮੀਨਿੰਗ ਜਾਣਦੇ ਹਾਂ ਆਪਾਂ, ਠੀਕ ਹੈ, ਅਰਥਾਂ ਨੂੰ ਸਮਝਦੇ ਹਾਂ, ਉਹਨੂੰ ਕੀ ਕਹਾਂਗੇ ਆਪਾਂ? ਸੀਮੈਂਟਿਕਸ। ਯਾਨੀ ਕਿ ਸੀਮੈਂਟਿਕਸ ਦੇ ਵਿੱਚ ਦੋਨੋਂ ਚੀਜ਼ਾਂ ਆ ਜਾਂਦੀਆਂ ਨੇ, ਮੀਨਿੰਗ ਵੀ ਆ ਜਾਂਦਾ ਹੈ ਪਲੱਸ ਸਟਰਕਚਰ ਵੀ ਆ ਜਾਂਦਾ ਹੈ, ਦੋਨੋਂ ਚੀਜ਼ਾਂ ਆ ਗਈਆਂ, ਠੀਕ ਹੈ। ਜਿਵੇਂ ਦੇਖੋ ਮੋਰਫੀਮ ਦੇ ਵਿੱਚ ਸਿਰਫ ਮੀਨਿੰਗ ਸੀਗਾ, ਸਿੰਟੈਕਸ ਦੇ ਵਿੱਚ ਸੈਂਟੈਂਸ ਸੀਗਾ, ਸਟਰਕਚਰ ਸੀ, ਲੇਕਿਨ ਸੀਮੈਂਟਿਕਸ ਦੇ ਵਿੱਚ ਦੋਨੋਂ ਚੀਜ਼ਾਂ ਆ ਗਈਆਂ ਆਪਣੇ ਕੋਲ, ਮੀਨਿੰਗ ਵੀ ਅਤੇ ਸਟਰਕਚਰ ਵੀ, ਠੀਕ ਹੈ, ਦੋਨੋਂ ਚੀਜ਼ਾਂ ਆ ਗਈਆਂ। ਲਾਸਟ ਹੈ ਆਪਣੇ ਕੋਲ ਸਿਲੇਬਲ, ਇਹ ਲਾਸਟ ਟਰਮ ਹੈ, ਠੀਕ ਹੈ। ਸਿਲੇਬਲ ਕੀ ਹੈ? ਅ ਸਿਲੇਬਲ ਇਜ਼ ਅ ਵਰਡ ਔਰ ਪਾਰਟ ਆਫ ਅ ਵਰਡ ਵਿਦ ਵਨ ਵੋਵਲ ਸਾਊਂਡ, ਯਾਨੀ ਕਿ ਉਹ ਸ਼ਬਦ ਜਿਸ ਦੇ ਵਿੱਚ ਵੋਵਲ ਦੇ ਨਾਲ ਵਰਡ ਬਣੇ। ਐਗਜ਼ਾਮਪਲ ਦੇ ਤੌਰ 'ਤੇ ਆਪਾਂ BA ਬਾ, CA ਕਾ, ਹੈ ਨਾ, ਮੰਨ ਲਓ ਉੱਥੇ ਵੋਵਲ ਯੂਜ਼ ਕਰ ਰਹੇ ਹਾਂ ਆਪਾਂ, ਠੀਕ ਹੈ, ਉਹਨੂੰ ਆਪਾਂ ਕੀ ਕਹਾਂਗੇ? ਸਿਲੇਬਸ ਜੀ, ਸਿਲੇਬਲ, ਠੀਕ ਹੈ, ਜਿਸ ਦੇ ਵਿੱਚ ਵੋਵਲ ਦੇ ਨਾਲ ਕੋਈ ਵਰਡ ਬਣੇ, ਸ਼ਬਦ ਬਣੇ, ਉਹਨੂੰ ਆਪਾਂ ਕਹਾਂਗੇ ਸਿਲੇਬਲ। ਤਾਂ ਇਹ 5-6 ਟਰਮ ਸੀਗੀਆਂ ਜੀ ਭਾਸ਼ਾ ਦੀਆਂ, ਇਹ ਸਮਝਾਉਣੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ, ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਬਣ ਜਾਂਦੇ ਹੁੰਦੇ ਨੇ। ਕਲੀਅਰ ਹੈ ਜੀ। ਅੱਗੇ ਚੱਲਦੇ ਹਾਂ ਜੀ, ਹੁਣ ਆਪਾਂ ਆ ਗਏ ਜੀ ਲੈਂਗੁਏਜ ਦੀਆਂ ਸਟੇਜਿਸ 'ਤੇ। ਦੇਖੋ ਹਰੇਕ ਡਿਵੈਲਪਮੈਂਟ ਦੀ ਇੱਕ ਭਾਸ਼ਾ ਹੈ, ਆਪਾਂ ਨੇ ਕੋਗਨੀਟਿਵ ਡਿਵੈਲਪਮੈਂਟ ਦੀ ਪੜ੍ਹੀ ਸੀ, ਹੈ ਨਾ, ਸਟੇਜਿਸ, ਸਟੇਜ ਯਾਨੀ ਪੜਾਅ, ਹੈ ਨਾ। ਤਾਂ ਉਹਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਸੈਂਸਰੀ ਮੋਟਰ ਸਟੇਜ, ਪ੍ਰੀ ਓਪਰੇਸ਼ਨਲ ਸਟੇਜ, ਅਲੱਗ-ਅਲੱਗ ਪੜ੍ਹੀਆਂ ਸੀ, ਹੈ ਨਾ। ਇਸੇ ਤਰ੍ਹਾਂ ਹੁਣ ਆਪਾਂ ਪੜ੍ਹਾਂਗੇ ਲੈਂਗੁਏਜ ਡਿਵੈਲਪਮੈਂਟ ਦੀਆਂ। ਲੈਂਗੁਏਜ ਡਿਵੈਲਪਮੈਂਟ ਦੀਆਂ ਕੁਛ ਸਟੇਜਿਸ ਨੇ ਜੀ, ਉਹ ਕਿਸ ਬਿਹਾਫ 'ਤੇ ਨੇ ਉਹ ਤੁਸੀਂ ਨਾਲ ਨੋਟ ਕਰੀ ਜਾਇਓ, ਠੀਕ ਹੈ। ਮੈਂ ਬੋਲੀ ਜਾਵਾਂਗੀ, ਤੁਸੀਂ ਨੋਟ ਕਰ ਲਿਓ। ਤਾਂ ਦੇਖੋ ਸਟੇਜਿਸ ਨੂੰ ਸਮਝਣ ਤੋਂ ਪਹਿਲਾਂ ਇੱਕ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਲੈਂਗੁਏਜ ਹੈ,
ਜਿਹੜਾ ਲੈਂਗੁਏਜ ਹੈ ਉਹ ਇੱਕ ਲਰਨਡ ਪ੍ਰੋਸੈਸ ਹੈ, ਯਾਨੀ ਇਹਨੂੰ ਯਾਦ ਕੀਤਾ ਜਾ ਸਕਦਾ, ਇਹਨੂੰ ਸਿੱਖਿਆ ਜਾ ਸਕਦਾ ਹੈ। ਹੁਣ ਮੰਨ ਲਓ ਕੋਈ ਛੋਟਾ ਬੱਚਾ ਹੈ, ਨਿਊ ਬੋਰਨ ਬੇਬੀ ਹੈ, ਜਿਹਦਾ ਬੱਚੇ ਦਾ ਹੁਣੀ ਜਨਮ ਹੋਇਆ ਮੰਨ ਲਓ, ਹੈ ਨਾ, ਉਹਨੂੰ ਐਂ ਤਾਂ ਹੈ ਨਹੀਂ ਵੀ ਜਦੋਂ ਉਹਦਾ ਜਨਮ ਹੋ ਗਿਆ ਉਹਦੇ ਕੋਲ ਭਾਸ਼ਾ ਆਲਰੇਡੀ ਹੈਗੀ ਸੀ, ਹੈ ਸੀ ਨਹੀਂ ਸੀ। ਉਹਨੇ ਹੌਲੀ ਹੌਲੀ ਵਿਚਰਿਆ ਉਹ ਪਰਿਵਾਰ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ, ਸਮਾਜ ਦੇ ਵਿੱਚ, ਅਤੇ ਉਹਨੇ ਜਿਹੜੀ ਹੈ ਭਾਸ਼ਾ ਸਿੱਖ ਲਈ। ਯਾਨੀ ਕਿ ਲੈਂਗੁਏਜ ਇੱਕ ਇਹੋ ਜਿਹੀ ਡਿਵੈਲਪਮੈਂਟ ਹੈ ਜਿਹਨੂੰ ਅਡੈਪਟ ਕੀਤਾ ਜਾਂਦਾ ਹੈ, ਲਰਨ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਇਹ ਕੁਛ ਸਟੇਜਿਸ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ ਅਤੇ ਇਹ ਸਾਰਿਆਂ ਦੇ ਵਿੱਚ ਸੇਮ ਹੁੰਦੀਆਂ ਨੇ। ਪਹਿਲੀ ਸਟੇਜ ਹੈਗੀ ਹੈ ਜੀ ਬਰਥ ਸਟੇਜ, BIRTH, ਬਰਥ ਸਟੇਜ। ਤਾਂ ਇਹ ਬਰਥ ਸਟੇਜ ਦੇ ਵਿੱਚ ਬੱਚਾ ਕੀ ਕਰਦਾ ਹੈ, ਬੱਚੇ ਦੀ ਭਾਸ਼ਾ ਦੀ ਗੱਲ ਕਰਨੀ ਆ ਆਪਾਂ ਨੇ। ਠੀਕ ਹੈ, ਤਾਂ ਜਿਹੜੀ ਜਨਮ ਦੀ ਸਟੇਜ ਆ ਬਰਥ ਦੀ, ਉਹਦੇ ਵਿੱਚ ਜਿਹੜਾ ਬੱਚਾ ਹੈ ਉਹ ਲੈਂਗੁਏਜ ਨੂੰ ਕਿਵੇਂ ਦੱਸਦਾ ਹੈ, ਰੋ ਕੇ। ਯਾਨੀ ਕਿ ਬਰਥ ਸਟੇਜ ਦੇ ਵਿੱਚ ਕਰਾਈ ਕਰਦਾ ਹੈ, ਕਰਾਈਂਗ ਹੁੰਦੀ ਆ ਉਹਦੀ, ਰੋਂਦਾ ਹੀ ਉਹ ਬੱਚਾ। ਠੀਕ ਹੈ, ਕਰਾਈਂਗ ਦੇ ਦੁਆਰਾ ਜਿਹੜਾ ਬੱਚਾ ਹੈ ਆਪਦੀ ਭਾਸ਼ਾ ਨੂੰ ਜਾਂ ਆਪਣੀ ਦਰਦ ਪੀੜ ਖੁਸ਼ੀ ਨੂੰ ਜਿਹੜਾ ਦੱਸਦਾ ਹੈ। ਠੀਕ ਹੈ, ਸੈਕਿੰਡ ਆਪਣੇ ਕੋਲ ਸਟੇਜ ਹੈ ਜੀ 6 ਹਫ਼ਤਿਆਂ ਦੀ, ਜਿਹਨੂੰ ਆਪਾਂ 6 ਵੀਕਸ ਸਟੇਜ ਕਹਾਂਗੇ। 6 ਵੀਕਸ ਸਟੇਜ ਯਾਨੀ 6 ਹਫ਼ਤਿਆਂ ਦੀ ਸਟੇਜ। ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਬੱਚਾ ਕੂਇੰਗ ਕਰਦਾ ਹੈ, ਕੂਇੰਗ, COOING। ਕੂਇੰਗ ਕੀ ਹੁੰਦਾ ਹੈ, ਕੁੱਕਣਾ। ਬੱਚੇ ਉੱਚੀ ਉੱਚੀ ਕੂਕਦੇ ਨੇ ਨਾ, ਲਗਭਗ 1 ਮਹੀਨੇ ਦੇ ਬਾਅਦ ਬੱਚਾ ਜਿਹੜਾ ਕੁੱਕਣਾ ਸ਼ੁਰੂ ਕਰ ਦਿੰਦੇ ਨੇ। ਉਹ ਕਿਹੜੀ ਸਟੇਜ ਆ, ਉਹ 6 ਹਫ਼ਤੇ ਤੋਂ ਬਾਅਦ ਦੀ ਸਟੇਜ ਹੈ। ਕਲੀਅਰ ਹੈ ਜੀ। ਅਗਲੀ ਥਰਡ ਸਟੇਜ ਹੈ ਜੀ ਆਪਣੇ ਕੋਲ 6 ਮੰਥ ਸਟੇਜ। ਕਿਹੜੀ ਸਟੇਜ ਹੈ, 6 ਮੰਥ ਸਟੇਜ। ਤਾਂ ਇਹਨੂੰ ਤੁਸੀਂ ਹਾਫ ਈਅਰਲੀ ਸਟੇਜ ਵੀ ਕਹਿ ਸਕਦੇ ਹੋ। ਇਸ ਸਟੇਜ ਦੇ ਵਿੱਚ ਬੱਚਾ ਬੈਬਲਿੰਗ ਕਰਦਾ ਹੈ, ਬੈਬਲਿੰਗ ਯਾਨੀ ਸਿੰਗਲ ਸਿਲੇਬਲ ਨੂੰ ਯੂਜ਼ ਕਰਦਾ ਹੈ, ਪ੍ਰੋਨਾਊਂਸ ਕਰਦਾ। ਜਿਵੇਂ ਬੱਚੇ ਬੁਲਬੁਲਾਉਂਦੇ ਨੇ ਨਾ, ਬਾ ਐਂ ਬੋਲਦੇ ਨੇ, ਮਾਂ ਐਦਾਂ ਬੋਲਦੇ ਨੇ ਨਾ, ਤਾਂ ਉਹ ਕਿਹੜੀ ਸਟੇਜ ਹੈ, ਉਹ ਹੈਗੀ ਹੈ ਜੀ 6 ਮੰਥ ਸਟੇਜ, ਯਾਨੀ ਕਿ ਬੈਬਲਿੰਗ ਸਟੇਜ। ਕਲੀਅਰ ਹੈ ਜੀ। ਤਾਂ ਇਹਨੂੰ ਆਪਾਂ ਕਹਾਂਗੇ ਹਾਫ ਈਅਰਲੀ ਸਟੇਜ। ਅੱਗੇ ਵਧਦੇ ਹਾਂ ਜੀ, ਅਗਲੀ ਸਟੇਜ ਕਿਹੜੀ ਹੈ, ਅਗਲੀ ਸਟੇਜ ਹੈਗੀ ਆ ਆਪਣੇ ਕੋਲ 1 ਈਅਰ ਸਟੇਜ, ਯਾਨੀ 1 ਸਾਲ ਜਾਂ ਫਿਰ 1.5 ਸਾਲ ਵਾਲੀ ਕਹਿ ਸਕਦੇ ਹੋ। ਇਹ ਸਟੇਜ ਹੁੰਦੀ ਹੈ ਜਿਸ ਦੇ ਵਿੱਚ ਬੱਚਾ ਇੱਕ ਸ਼ਬਦ ਬੋਲਦਾ, ਯਾਨੀ 1 ਵਰਡ ਸਟੇਜ ਇਹਨੂੰ ਕਹਿ ਦਿੰਦੇ ਹਾਂ ਆਪਾਂ। ਠੀਕ ਹੈ, 12 ਤੋਂ 18 ਮਹੀਨੇ ਦੀ ਲਗਭਗ ਇਹ ਹੁੰਦੀ ਹੈ 1 ਵਰਡ ਸਟੇਜ। ਉਸ ਤੋਂ ਬਾਅਦ ਜਿਹੜੀ ਨੈਕਸਟ ਸਟੇਜ ਹੁੰਦੀ ਹੈ ਜੀ, ਉਹ ਹੁੰਦੀ ਹੈ 2 ਈਅਰਸ ਸਟੇਜ, ਯਾਨੀ 2 ਸਾਲਾਂ ਦੀ। ਠੀਕ ਹੈ, ਲਗਭਗ 18 ਮਹੀਨੇ ਹੋ ਗਏ, ਤਾਂ ਇਹਨੂੰ ਆਪਾਂ ਕਹਾਂਗੇ 2 ਵਰਡ ਸਟੇਜ, ਜਿਸ ਦੇ ਵਿੱਚ ਬੱਚਾ ਨਿਊ ਵਰਡਸ ਬੋਲਣਾ ਜਿਹੜਾ ਉਹ ਸਟਾਰਟ ਕਰ ਦਿੰਦਾ ਹੈ। ਕਲੀਅਰ ਹੈ। ਨੈਕਸਟ ਸਟੇਜ ਹੈ ਆਪਣੇ ਕੋਲ, ਲਾਸਟ ਸਟੇਜ ਜਿਹਨੂੰ ਆਪਾਂ ਲੈ ਕੇ ਚੱਲਾਂਗੇ, ਉਹ ਹੈਗੀ ਆ ਪ੍ਰੀ ਸਕੂਲ ਈਅਰ। ਪ੍ਰੀ ਸਕੂਲ ਈਅਰ ਯਾਨੀ ਕਿ ਸਕੂਲ ਦੇ ਸਾਲ ਤੋਂ ਪਹਿਲਾਂ ਦੀ ਉਮਰ, ਸਕੂਲ ਦੇ ਵਿੱਚ ਜਾਣ ਤੋਂ ਪਹਿਲਾਂ, ਜਿਹਨੂੰ ਅਰਲੀ ਚਾਈਲਡਹੁੱਡ ਆਪਾਂ ਵੀ ਕਹਿ ਸਕਦੇ ਹਾਂ, ਹੈ ਨਾ। ਤਾਂ ਇਹਦੇ ਵਿੱਚ ਸਪੀਕਿੰਗ ਕਰਨ ਲੱਗ ਜਾਂਦਾ ਹੈ, ਲਗਭਗ 50 ਸ਼ਬਦ ਇੱਕ ਦਿਨ ਦੇ ਵਿੱਚ ਜਿਹੜਾ ਬੱਚਾ ਬੋਲ ਲੈਂਦਾ ਹੈ। ਠੀਕ ਹੈ, ਅਤੇ ਜੇਕਰ ਕੁਐਸਚਨ ਆ ਜਾਵੇ ਕਿ ਲੈਂਗੁਏਜ ਦਾ ਸੈਂਸੀਟਿਵ ਪੀਰੀਅਡ ਜਾਂ ਫਿਰ ਸੈਂਸੀਟਿਵ ਸਟੇਜ ਕਿਹੜੀ ਹੈ ਜਿਸ ਦੇ ਵਿੱਚ ਬੱਚੇ ਜ਼ਿਆਦਾ ਲੈਂਗੁਏਜ ਸਿੱਖਦੇ ਨੇ, ਤਾਂ ਉਹ ਹੈਗੇ ਜੀ ਅਰਲੀ ਚਾਈਲਡਹੁੱਡ। ਠੀਕ ਹੈ ਜੀ, ਠੀਕ ਹੈ ਜੀ। ਤਾਂ ਬੱਚੇ ਜ਼ਿਆਦਾਤਰ ਅਰਲੀ ਚਾਈਲਡਹੁੱਡ ਦੇ ਵਿੱਚ ਜਿਹੜੀ ਆ ਉਹ ਲੈਂਗੁਏਜ ਨੂੰ ਸਿੱਖ ਪਾਉਂਦੇ ਨੇ। ਅੱਗੇ ਚੱਲਦੇ ਹਾਂ ਜੀ ਆਪਾਂ। ਤਾਂ ਇਹ ਸਟੇਜਸ ਜਿਹੜੀਆਂ ਨੇ ਜ਼ਰੂਰ ਤੁਸੀਂ ਕਾਪੀ 'ਤੇ ਨੋਟ ਕਰ ਲਿਓ। ਠੀਕ ਹੈ, ਕਿਸੇ ਵੀ ਤਰੀਕੇ ਨਾਲ ਜਿਹੜਾ ਕੁਐਸਚਨ ਹੈ ਉਹ ਆਉਂਦਾ ਹੁੰਦਾ ਹੈ। ਅੱਗੇ ਮੈਂ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਵੀ ਕਰਾਵਾਂਗੀ ਇਸੇ ਚੈਪਟਰ ਦੇ, ਉਹਦੇ ਵਿੱਚ ਤੁਸੀਂ ਧਿਆਨ ਦੇ ਨਾਲ ਸਮਝ ਲਓ ਕਿ ਕਿਸ ਤਰੀਕੇ ਦੇ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ। ਹੁਣ ਦੇਖੋ, ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਨੇ, ਮਨੋਵਿਗਿਆਨੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਭਾਸ਼ਾ ਨੂੰ ਲੈ ਕੇ, ਲੈਂਗੁਏਜ ਨੂੰ ਲੈ ਕੇ, ਹੈ ਨਾ। ਥੋਟਸ ਨੂੰ ਲੈ ਕੇ ਆਪਣੇ ਵਿਚਾਰ ਨੇ, ਭਾਸ਼ਾ ਨੂੰ ਲੈ ਕੇ ਆਪਣੇ ਵਿਚਾਰ ਨੇ। ਤਾਂ ਆਪਾਂ ਨੇ ਜਿਹੜੇ 3 ਮੇਨ ਸਮਝਣੇ ਨੇ ਉਹ ਹੈਗੇ ਨੇ ਪਿਆਜੇ, ਵਾਈਗੋਤਸਕੀ, ਚੋਮਸਕੀ। ਪਿਆਜੇ ਅਤੇ ਵਾਈਗੋਤਸਕੀ ਬਾਰੇ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, ਲੇਕਿਨ ਇਸ ਚੈਪਟਰ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਉਹਨਾਂ ਨੇ ਸਿਰਫ ਔਰ ਸਿਰਫ ਲੈਂਗੁਏਜ ਬਾਰੇ ਕੀ ਕਿਹਾ, ਇਹਨਾਂ ਨੇ ਕੀ ਕਿਹਾ, ਵਾਈਗੋਤਸਕੀ ਨੇ ਕੀ ਕਿਹਾ, ਚੋਮਸਕੀ ਨੇ ਕੀ ਕਿਹਾ, ਕਿਉਂਕਿ ਇਹ ਕੁਐਸਚਨ ਜਿਹੜਾ ਉਹ ਆਉਂਦਾ ਹੁੰਦਾ ਹੈ। ਠੀਕ ਹੈ, ਤਾਂ ਪਿਆਜੇ ਤੋਂ ਸਟਾਰਟ ਕਰਦੇ ਹਾਂ ਆਪਾਂ। ਠੀਕ ਹੈ, ਪਿਆਜੇ ਕੀ ਕਹਿੰਦੇ ਨੇ, ਪਿਆਜੇ ਕਹਿੰਦੇ ਨੇ ਵੀ ਜਿਹੜੇ ਭਾਸ਼ਾ ਹੈ ਯਾਨੀ ਜਿਹੜੀ ਲੈਂਗੁਏਜ ਹੈ ਉਹ ਥੋਟ ਤੋਂ ਸਟਾਰਟ ਹੁੰਦੀ ਹੈ, ਯਾਨੀ ਕਿ ਪਹਿਲਾਂ ਥੋਟ ਆਉਂਦਾ ਹੈ ਪਿਆਜੇ ਦੇ ਅਕੋਰਡਿੰਗ, ਫਿਰ ਲੈਂਗੁਏਜ ਆਉਂਦੀ ਹੈ, ਯਾਨੀ ਥੋਟ ਤੋਂ ਹੀ ਲੈਂਗੁਏਜ ਬਣਦੀ ਹੈ, ਇਹ ਕਹਿਣਾ ਪਿਆਜੇ ਦਾ ਹੈ। ਠੀਕ ਹੈ, ਇਸ ਤੋਂ ਬਿਨਾਂ ਨੇ ਭਾਸ਼ਾ ਦੇ ਰਿਲੇਟਡ ਇਹਨਾਂ ਨੇ ਇੱਕ ਸਪੀਚ ਦਿੱਤੀ ਹੈ ਜਿਸ ਦਾ ਨਾਮ ਹੈ ਈਗੋਸੈਂਟਰਿਕ ਸਪੀਚ। ਉਹ ਆਪਾਂ ਨੇ ਇਹਨਾਂ ਦੀ ਜਿਹੜੀ ਥਿਊਰੀ ਕਰੀ ਸੀ ਪਿਆਜੇ ਦੀ, ਉਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਵਰ ਕਰੀ ਸੀ ਈਗੋਸੈਂਟਰਿਕ ਸਪੀਚ। ਤਾਂ ਉਹ ਜਿਹੜੀ ਈਗੋਸੈਂਟਰਿਕ ਸਪੀਚ ਹੈ ਉਹਨਾਂ ਨੂੰ ਪਿਆਜੇ ਨੇ ਸੈਲਫ ਸੈਂਟਰਡ ਸਪੀਚ ਕਿਹਾ ਹੈ। ਕੀ ਕਿਹਾ ਹੈ, ਸੈਲਫ ਸੈਂਟਰਡ, CENTERED, ਸੈਲਫ ਸੈਂਟਰਡ, ਯਾਨੀ ਜਿਹੜੀ ਕਿ ਬੱਚੇ ਨੂੰ ਮੁੱਖ ਕੇਂਦਰ 'ਤੇ ਲੈ ਕੇ ਜਿਹੜਾ ਬੱਚਾ ਬੋਲਦਾ ਹੈ ਉਹਨੂੰ ਆਪਾਂ ਕਹਾਂਗੇ ਸੈਲਫ ਸੈਂਟਰਡ ਸਪੀਚ। ਕਲੀਅਰ ਹੈ। ਤਾਂ ਇਹ ਜਿਹੜੀਆਂ 3 ਚੀਜ਼ਾਂ ਭਾਸ਼ਾ ਦੇ ਲਈ ਕਿਹਨੇ ਦਿੱਤੀਆਂ ਨੇ, ਪਿਆਜੇ ਨੇ। ਪਿਆਜੇ ਦਾ ਕਹਿਣਾ ਵੀ ਪਹਿਲਾਂ ਵਿਚਾਰ ਆਉਂਦਾ ਹੈ ਫਿਰ ਲੈਂਗੁਏਜ ਆਉਂਦੀ ਹੈ। ਭਾਸ਼ਾ ਜਿਹੜੀ ਆ ਦੂਜੇ ਨੰਬਰ 'ਤੇ ਹੈ, ਪਹਿਲੇ ਨੰਬਰ 'ਤੇ ਵਿਚਾਰ ਹੈ।
ठीक है। ਇਸ ਦੇ ਉਲਟ ਜਿਹੜਾ ਵਾਈਗੋਤਸਕੀ ਆ ਉਹ ਕੀ ਕਹਿੰਦਾ ਹੈ, ਵਾਈਗੋਤਸਕੀ ਤਾਂ ਦੇਖੋ 3 ਤਰੀਕੇ ਦੀ ਇਹਨਾਂ ਨੇ ਸਪੀਚ ਦੱਸੀ ਸੀ ਹੈ ਨਾ। ਆਪਾਂ ਨੇ ਜਦੋਂ ਵਾਈਗੋਤਸਕੀ ਦੀ ਥਿਊਰੀ ਕਰੀ ਸੀ ਆਪਾਂ ਨੇ 3 ਟਾਈਪ ਦੀਆਂ ਸਪੀਚ ਪੜ੍ਹੀਆਂ ਸੀਗੀ। ਪਹਿਲਾਂ ਪੜ੍ਹੀ ਸੀ ਆਪਾਂ ਨੇ ਸੋਸ਼ਲ ਸਪੀਚ ਯਾਨੀ ਕਿ ਸਮਾਜਿਕ ਵਾਲੀ, ਸੈਕਿੰਡ ਪੜ੍ਹੀ ਸੀ ਆਪਾਂ ਨੇ ਪ੍ਰਾਈਵੇਟ ਸਪੀਚ ਜਿਹੜੀ ਕਿ ਨਿੱਜੀ ਸਪੀਚ ਹੁੰਦੀ ਹੈ, ਠੀਕ ਹੈ। ਅਤੇ ਥਰਡ ਪੜ੍ਹੀ ਸੀ ਆਪਾਂ ਨੇ ਸਾਇਲੈਂਟ ਇਨਰ ਸਪੀਚ ਯਾਨੀ ਜਿਹੜੀ ਅੰਦਰੂਨੀ ਹੁੰਦੀ ਹੈ, ਸਾਇਲੈਂਟ ਇਨਰ ਹੈ ਨਾ। ਇਹ 3 ਪੜ੍ਹੀਆਂ ਸੀ। ਤਾਂ ਉਹਨਾਂ ਦੇ ਅਕੋਰਡਿੰਗ ਜਿਹੜੀ ਸੋਸ਼ਲ ਸਪੀਚ ਆ ਉਹ 2 ਸਾਲ ਤੱਕ ਦੀ ਹੁੰਦੀ ਹੈ, ਜਿਹੜੀ ਪ੍ਰਾਈਵੇਟ ਆ ਉਹ 3 ਸਾਲ 'ਤੇ ਸ਼ੁਰੂ ਹੋ ਜਾਂਦੀ ਹੈ, ਜਿਹੜੀ ਸਾਇਲੈਂਟ ਇਨਰ ਸਪੀਚ ਆ ਉਹ 7 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ। ਇਹ ਆਪਾਂ ਨੇ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਇਹਨਾਂ ਥਿਊਰੀਆਂ ਦੇ ਵਿੱਚ ਸਮਝਿਆ ਸੀ ਹੈ ਨਾ। ਤਾਂ ਹੁਣ ਉਹ ਕਹਿੰਦੇ ਨੇ ਵੀ ਜਿਹੜੀ ਸੈਕਿੰਡ ਸਪੀਚ ਹੈ, ਪ੍ਰਾਈਵੇਟ ਸਪੀਚ ਹੈ, ਉਹ ਭਾਸ਼ਾ ਦੇ ਅਕੋਰਡਿੰਗ ਬੱਚੇ ਨੂੰ ਗਾਈਡ ਕਰਦੀ ਹੈ, ਡਾਇਰੈਕਸ਼ਨ ਦਿੰਦੀ ਹੈ। ਕਿਹੜੀ ਸਪੀਚ? ਪ੍ਰਾਈਵੇਟ ਸਪੀਚ, ਠੀਕ ਹੈ। ਪ੍ਰਾਈਵੇਟ ਸਪੀਚ ਜਿਹੜੀ ਆ ਉਹ ਗਾਈਡ ਦਾ ਕੰਮ ਕਰਦੀ ਹੈ, ਡਾਇਰੈਕਸ਼ਨ ਦਾ ਕੰਮ ਕਰਦੀ ਹੈ ਅਕੋਰਡਿੰਗ ਟੂ ਵਾਈਗੋਤਸਕੀ। ਕਲੀਅਰ ਹੈ। ਤਾਂ ਹੁਣ ਦੇਖੋ ਇਹਨਾਂ ਨੇ 2 ਹੀ ਚੀਜ਼ਾਂ ਜਿਹੜੀਆਂ, ਇੱਕ ਪਾਸੇ ਆਪਣੇ ਕੋਲ ਥੋਟ ਹੈ, ਵਿਚਾਰ ਹੈ, ਇੱਕ ਪਾਸੇ ਆਪਣੇ ਕੋਲ ਲੈਂਗੁਏਜ ਹੈ। ਤਾਂ ਜਿਹੜਾ ਵਾਈਗੋਤਸਕੀ ਹੈ ਉਹ ਕਹਿੰਦਾ ਵੀ ਦੋਨੋਂ ਥੋਟ ਅਤੇ ਲੈਂਗੁਏਜ ਆਪਸ ਦੇ ਵਿੱਚ ਇੰਟਰ ਰਿਲੇਟਿਡ ਨੇ, ਯਾਨੀ ਥੋਟ ਤੋਂ ਬਿਨਾਂ ਲੈਂਗੁਏਜ ਨਹੀਂ, ਲੈਂਗੁਏਜ ਤੋਂ ਬਿਨਾਂ ਥੋਟ ਨਹੀਂ, ਦੋਨੋਂ ਕੀ ਨੇ? ਇੰਡੀਪੈਂਡੈਂਟ ਨੇ ਇੱਕ ਦੂਜੇ 'ਤੇ, ਠੀਕ ਹੈ। ਲੈਂਗੁਏਜ ਥੋਟ 'ਤੇ ਡਿਪੈਂਡਡ ਹੈ ਅਤੇ ਜਿਹੜਾ ਥੋਟ ਹੈ ਉਹ ਲੈਂਗੁਏਜ 'ਤੇ ਡਿਪੈਂਡਡ ਹੈ, ਠੀਕ ਹੈ। ਤਾਂ ਵਾਈਗੋਤਸਕੀ ਕਹਿੰਦਾ ਵੀ ਜਿਹੜਾ ਥੋਟ ਅਤੇ ਲੈਂਗੁਏਜ ਹੈ ਇਹ ਦੋਨੋਂ ਆਪਸ ਦੇ ਵਿੱਚ ਇੰਡੀਪੈਂਡੈਂਟ ਅਤੇ ਇੱਕ ਦੂਜੇ 'ਤੇ ਦੋਨੋਂ ਇੰਟਰ ਰਿਲੇਟਿਡ ਨੇ, ਠੀਕ ਹੈ। ਜਿਹੜੇ ਥੋਟ ਐਂਡ ਲੈਂਗੁਏਜ ਨੇ ਉਹ ਇਕੱਠੇ ਕੰਮ ਕਰਦੇ ਨੇ, ਇਕੱਠੇ ਜਿਹੜੇ ਨੇ ਉਹ ਰਿਲੇਟਿਡ ਕਰਦੇ ਨੇ, ਠੀਕ ਹੈ, ਰਿਲੇਟ ਹੁੰਦੇ ਨੇ। ਤਾਂ ਥੋਟ ਅਤੇ ਲੈਂਗੁਏਜ ਜਿਹੜਾ ਆਪਾਂ ਨੂੰ ਸਮਝ ਆ ਗਿਆ ਅਕੋਰਡਿੰਗ ਟੂ ਵਾਈਗੋਤਸਕੀ। ਇਹ ਵਿਚਾਰ ਵਾਈਗੋਤਸਕੀ ਦਾ, ਠੀਕ ਹੈ। ਅੱਗੇ ਹੈਗੇ ਨੇ ਆਪਣੇ ਕੋਲ ਥਰਡ ਨੋਮ ਚੋਮਸਕੀ। ਕੀ ਨਾਮ ਹੈ ਜੀ ਇਹਨਾਂ ਦਾ? ਨੋਮ ਚੋਮਸਕੀ। ਇਹਨਾਂ ਨੇ ਇੱਕ ਲੈਂਗੁਏਜ ਥਿਊਰੀ ਦਿੱਤੀ ਸੀ, ਠੀਕ ਹੈ। ਇਹਨਾਂ ਨੂੰ ਆਪਾਂ ਨੇਟਿਵਿਸਟ ਕਹਿ ਦਿੰਦੇ ਹਾਂ, NATIVST, ਨੇਟਿਵਿਸਟ, ਠੀਕ ਹੈ, ਚੋਮਸਕੀ ਨੂੰ। ਤਾਂ ਜਿਹੜੇ ਚੋਮਸਕੀ ਨੇ ਇਹਨਾਂ ਨੇ ਇੱਕ ਜਿਹੜੀ ਟਰਮ ਦਿੱਤੀ ਸੀ ਉਹ ਦਿੱਤੀ ਸੀ ਇਨੇਟ ਐਬਿਲਿਟੀ। ਇਹਨਾਂ ਨੇ ਕਿਹਾ ਵੀ ਜਿਹੜੀ ਲੈਂਗੁਏਜ ਹੈ, ਭਾਸ਼ਾ ਹੈ, ਉਹ ਜਿਹੜੀ ਹੈ ਅੰਦਰੂਨੋਂ ਹੀ ਹੁੰਦੀ ਹੈ, ਜਨਮਜਾਤ ਹੁੰਦੀ ਹੈ, ਯਾਨੀ ਅੰਦਰ ਹੀ ਹੁੰਦੀ ਹੈ ਬੱਚੇ ਦੇ, ਠੀਕ ਹੈ। ਇਹ ਕਿਹਦਾ ਕਹਿਣਾ ਹੈ? ਚੋਮਸਕੀ ਦਾ ਕਹਿਣਾ ਹੈ, ਠੀਕ ਹੈ। ਇਸ ਤੋਂ ਬਿਨਾਂ ਨੇ ਇਹਨਾਂ ਨੇ ਇੱਕ ਹੋਰ ਟਰਮ ਦਿੱਤੀ ਸੀ ਜਿਸ ਦਾ ਨਾਮ ਹੈਗਾ ਸੀ ਜੀ LAD, ਜਿਸ ਨੂੰ ਆਪਾਂ ਕਹਾਂਗੇ ਲੈਂਗੁਏਜ ਐਕੁਆਇਜ਼ੇਸ਼ਨ ਡਿਵਾਈਸ, ਠੀਕ ਹੈ। ਲੈਂਗੁਏਜ ਐਕੁਆਇਜ਼ੇਸ਼ਨ ਡਿਵਾਈਸ, ਜਿੱਥੋਂ ਬੱਚਾ ਭਾਸ਼ਾ ਸਿੱਖਦਾ ਹੈ, ਠੀਕ ਹੈ। ਇਹ 2 ਚੀਜ਼ਾਂ ਦੱਸੀਆਂ ਨੇ। ਥਰਡ ਜਿਹੜੀ ਉਹਨਾਂ ਨੇ ਇੰਪੋਰਟੈਂਟ ਚੀਜ਼ ਦੱਸੀ ਸੀ ਉਹ ਦੱਸੀ ਸੀ ਕਿ ਜਿਹੜੀ ਲੈਂਗੁਏਜ ਹੈ ਉਹ ਯੂਨੀਵਰਸਲ ਹੈ, ਸਾਰਿਆਂ ਲਈ ਹੈ, ਠੀਕ ਹੈ, ਸਾਰਿਆਂ ਲਈ ਹੈ। ਅਤੇ ਜਨਰੇਟਿਵ ਗ੍ਰਾਮਰ ਹੁੰਦੀ ਹੈ ਇਸ ਦੇ ਵਿੱਚ, ਇਹ ਗੱਲ ਜਿਹੜੀ ਹੈ ਚੋਮਸਕੀ ਨੇ ਕਹੀ ਸੀ। ਤਾਂ ਤਿੰਨਾਂ ਦੇ ਵਿੱਚ ਡਿਫਰੈਂਸ ਸਮਝ ਆ ਗਿਆ। ਯਾਨੀ ਕਿ ਪਿਆਜੇ ਨੇ ਕਿਹਾ ਹੈ ਵੀ ਜਿਹੜੀ ਸੈਲਫ ਸੈਂਟਰਡ ਸਪੀਚ ਹੈ ਉਸੇ ਨੂੰ ਈਗੋ ਸੈਂਟਰਿਕ ਕਹਿ ਦਿੰਦੇ ਨੇ, ਅਤੇ ਜਿਹੜਾ ਪਹਿਲਾ ਵਿਚਾਰ ਆ ਫਿਰ ਭਾਸ਼ਾ ਆਉਂਦੀ ਹੈ ਇਹ ਕਹਿਣਾ ਪਿਆਜੇ ਦਾ ਹੈ। ਜਦ ਕਿ ਵਾਈਗੋਤਸਕੀ ਕਹਿੰਦਾ ਵੀ ਜਿਹੜੇ ਦੋਨੋਂ ਨੇ ਥੋਟ ਅਤੇ ਲੈਂਗੁਏਜ ਦੋਨੋਂ ਇੰਡੀਪੈਂਡੈਂਟ ਨੇ, ਇੱਕ ਦੂਜੇ ਨਾਲ ਘੁਲੇ ਮਿਲੇ ਹੋਏ ਨੇ। ਅਤੇ ਚੋਮਸਕੀ ਬਿਲਕੁਲ ਇਸ ਤੋਂ ਉਲਟ ਚੱਲਦਾ ਹੈ ਵੀ ਜਿਹੜੀ ਲੈਂਗੁਏਜ ਭਾਸ਼ਾ ਹੈ ਉਹ ਇੱਕ ਇਨਰ ਐਬਿਲਿਟੀ ਹੈ, ਜਨਮਜਾਤ ਹੁੰਦੀ ਹੈ, ਜਿਸ ਦੇ ਰਾਹੀਂ ਬੱਚਾ ਜਿਹੜਾ ਹੈ ਉਹ ਭਾਸ਼ਾ ਸਿੱਖਣੀ ਸਟਾਰਟ ਕਰ ਦਿੰਦਾ ਹੈ। ਕਲੀਅਰ ਹੈ। ਤਾਂ ਇਹ ਆਪਣਾ ਛੋਟਾ ਜਿਹਾ ਚੈਪਟਰ ਸੀ, ਠੀਕ ਹੈ। ਹੁਣ ਆਪਾਂ ਇਸਦੇ ਕੁਐਸਚਨ ਸੋਲਵ ਕਰ ਲੈਂਦੇ ਹਾਂ ਨੀ ਜਿਹੜੇ ਪਹਿਲਾਂ ਦੇ ਐਗਜ਼ਾਮ ਦੇ ਵਿੱਚ ਆਏ ਹੋਏ ਨੇ। ਫਸਟ ਕੁਐਸਚਨ ਹੈ, ਰੋਬਿਨ ਜਿਹੜੀ ਘਰ ਜ਼ਿਆਦਾ ਨਹੀਂ ਬੋਲਦੀ। ਇੱਕ ਲੜਕੀ ਦਾ ਨਾਮ ਹੈ ਰੋਬਿਨ ਜਿਹੜੀ ਘਰ ਦੇ ਵਿੱਚ ਜਿਹੜੀ ਹੈ ਬੋਲਦੀ ਨਹੀਂ ਹੈਗੀ, ਲੇਕਿਨ ਸਕੂਲ ਦੇ ਵਿੱਚ ਬਹੁਤ ਬੋਲਦੀ ਹੈ। ਇਹ ਕੀ ਦਿਖਾਉਂਦਾ ਹੈ, ਯਾਨੀ ਇਹਦਾ ਕੀ ਮਤਲਬ ਹੈ? ਫਸਟ ਆਪਸ਼ਨ ਹੈ ਸਕੂਲ ਬੱਚਿਆਂ ਨੂੰ ਕਾਫੀ ਜ਼ਿਆਦਾ ਬੋਲਣ ਦੇ ਅਵਸਰ ਪ੍ਰਦਾਨ ਕਰਦਾ ਹੈ। ਸੈਕਿੰਡ ਹੈ ਅਧਿਆਪਕ ਮੰਗ ਕਰਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਬੋਲਣਾ ਚਾਹੀਦਾ ਹੈ। ਥਰਡ ਹੈ ਉਹ ਆਪਣੇ ਘਰ ਨੂੰ ਬਿਲਕੁਲ ਪਸੰਦ ਨਹੀਂ ਕਰਦੀ। ਅਤੇ ਲਾਸਟ ਹੈ ਉਸਦੇ ਵਿਚਾਰਾਂ ਨੂੰ ਸਕੂਲ ਦੇ ਵਿੱਚ ਜਿਹੜੀ ਹੈ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਤਾਂ ਦੇਖੋ ਜਿਹੜੀ ਲੜਕੀ ਹੈ ਇਹ ਨਹੀਂ ਹੈਗਾ ਵੀ ਉਹਨੂੰ ਬੋਲਣਾ ਨਹੀਂ ਆਉਂਦਾ ਹੈ, ਉਹਦੇ ਕੋਲ ਭਾਸ਼ਾ ਨਹੀਂ ਹੈਗੀ, ਉਹਨੂੰ ਆਉਂਦਾ ਏ, ਲੇਕਿਨ ਉਹ ਕਿੱਥੇ ਬੋਲਦੀ ਹੈ? ਜਿੱਥੇ ਉਹਦੇ ਵਿਚਾਰਾਂ ਨੂੰ, ਉਹਦੀ ਜਿਹੜੀ ਥੋਟ ਹੈ ਉਹ ਜੋ ਬੋਲਦੀ ਹੈ ਉਹਨੂੰ ਮਹੱਤਤਾ ਦਿੱਤੀ ਜਾਂਦੀ ਹੈ। ਤਾਂ ਉਹ ਕਿੱਥੇ ਮਿਲ ਰਹੀ ਆ ਉਹਨੂੰ? ਸਕੂਲ ਦੇ ਵਿੱਚ, ਤਾਂ ਹੀ ਹੈ ਨਾ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4। ਨੈਕਸਟ ਕੁਐਸਚਨ ਆਇਆ ਹੋਇਆ ਇਹ ਹੈਗਾ ਵੀ ਮੋਡ ਦੇ ਨਿਯਮ ਸਿੱਖਦੇ ਸਮੇਂ ਹੋਣ ਵਾਲੀ ਗੱਲਬਾਤ ਇਹ ਦਰਸਾਉਂਦੀ ਹੈ, ਯਾਨੀ ਕਿ ਲਰਨਿੰਗ ਦ ਰੂਲ ਆਫ ਟਰਨ ਟੇਕਿੰਗ ਇਨ ਅ ਕਨਵਰਸੇਸ਼ਨ ਰੈਫਰਸ ਟੂ। ਇਹ ਕਿਹਨੂੰ ਦਿਖਾਉਂਦੀ ਹੈ? ਤਾਂ ਇਸਦਾ ਫਸਟ ਆਪਸ਼ਨ ਹੈ ਜੀ ਬਹੁਭਾਸ਼ਾ ਸੰਬੰਧੀ, ਸੈਕਿੰਡ ਹੈ ਵਾਕ ਰਚਨਾ, ਅਗਲਾ ਹੈ ਜੀ ਸ਼ਬਦ ਗਿਆਨ ਅਤੇ ਅਰਥ ਯਾਨੀ ਵੋਕੈਬਲਰੀ ਅਤੇ ਮੀਨਿੰਗ, ਅਤੇ ਲਾਸਟ ਹੈ ਪ੍ਰੈਗਮੈਟਿਕਸ। ਤਾਂ ਇਹਦਾ ਰਾਈਟ ਆਨਸਰ ਹੈ ਜੀ ਪ੍ਰੈਗਮੈਟਿਕਸ। ਇਹ ਤੁਹਾਨੂੰ ਮੈਂ ਜਿਹੜੀ ਹੈ ਇੰਗਲਿਸ਼ ਦੀ ਪੈਡਾਗੋਜੀ ਦੇ ਵਿੱਚ ਸਮਝਾਵਾਂਗੀ ਕਿ ਪ੍ਰੈਗਮੈਟਿਕਸ ਕੀ ਹੁੰਦੀ ਹੈ, ਵੋਕੈਬਲਰੀ ਅਤੇ ਮੀਨਿੰਗ ਕੀ ਹੁੰਦਾ ਹੈ, ਠੀਕ ਹੈ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਅਕੋਰਡਿੰਗ ਟੂ ਪਿਆਜੇ ਦ ਨੰਬਰ ਆਫ ਸਟੇਜਿਸ ਆਰ ਚਾਈਲਡਸ ਕੋਗਨੇਟਿਵ ਡਿਵੈਲਪਮੈਂਟ ਆਰ, ਯਾਨੀ ਜਿਹੜੀ ਗਿਆਨਾਤਮਕ ਵਿਕਾਸ ਦੇ ਕਿੰਨੇ ਪੜਾਅ ਨੇ? ਤਾਂ ਉਹਨਾਂ ਨੇ 4 ਸਟੇਜ ਦੱਸਿਆ ਸੀ। ਆਪਾਂ ਨੇ ਜਿਹੜਾ ਕੁਇਜ਼ ਵੀ ਪੁੱਛਿਆ ਸੀਗਾ ਟੈਲੀਗ੍ਰਾਮ ਗਰੁੱਪ ਦੇ ਵਿੱਚ, ਤਾਂ ਬਹੁਤ ਸਾਰੇ ਬੱਚਿਆਂ ਨੇ ਸਹੀ ਆਨਸਰ ਦੱਸਿਆ ਸੀ ਕਿ ਜਿਹੜੀ ਪਿਆਜੇ ਆ ਉਹਨਾਂ ਨੇ 4 ਸਟੇਜਿਸ ਦੱਸੀਆਂ ਸੀ, ਠੀਕ ਹੈ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕਿਹੜਾ ਚੋਮਸਕੀ ਦੇ ਭਾਸ਼ਾਈ ਵਿਕਾਸ ਨਾਲ ਸੰਬੰਧਿਤ ਨਹੀਂ ਹੈਗਾ? ਠੀਕ ਹੈ, ਚੋਮਸਕੀ ਨੇ ਜਿਹੜਾ ਭਾਸ਼ਾਈ ਵਿਕਾਸ ਦੱਸਿਆ ਸੀ ਉਹਦੇ ਰਿਲੇਟਡ ਕਿਹੜਾ ਨਹੀਂ ਹੈਗਾ? ਫਸਟ ਹੈ ਭਾਸ਼ਾਈ ਵਿਕਾਸ ਦੀ ਨਿਰਣਾਮੂਲਕ ਮਿਆਦ, ਯਾਨੀ ਕਿ ਕ੍ਰਿਟੀਕਲ ਪੀਰੀਅਡ ਆਫ ਲੈਂਗੁਏਜ ਡਿਵੈਲਪਮੈਂਟ।
ਸੈਕਿੰਡ ਹੈ ਲੈਂਗੁਏਜ ਐਕੁਆਜੀਸ਼ਨ ਡਿਵਾਈਸ, ਤਾਂ ਦੇਖੋ ਇਹ ਤਾਂ ਦੱਸਿਆ ਸੀ ਹੁਣੀ ਮੈਂ ਤੁਹਾਨੂੰ ਸਮਝਾਇਆ ਲੈਂਗੁਏਜ ਐਕੁਆਜੀਸ਼ਨ ਡਿਵਾਈਸ ਹੈ ਨਾ ACD। ਥਰਡ ਹੈ ਆਪਣੇ ਕੋਲ ਯੂਨੀਵਰਸਲ ਗ੍ਰਾਮਰ, ਇਹ ਵੀ ਠੀਕ ਹੈ, ਸਰਬ ਭਾਸ਼ਾ ਵਿਆਕਰਨ। ਅਤੇ ਲਾਸਟ ਹੈ ਭਾਸ਼ਾ ਸੰਬੰਧ ਅਤੇ ਅਨੁਕਰਨ ਯਾਨੀ ਲੈਂਗੁਏਜ ਐਸੋਸੀਏਸ਼ਨ ਐਂਡ ਇਮੀਟੇਸ਼ਨ। ਤਾਂ ਇਹਦੇ ਬਾਰੇ ਉਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ, ਤਾਂ ਇਹ ਜਿਹੜਾ ਲਾਸਟ ਆਪਸ਼ਨ ਹੈ 4th ਇਹ ਗਲਤ ਹੈ, ਪਹਿਲੇ 3 ਆਪਸ਼ਨ ਜਿਹੜੇ ਨੇ ਇਸਦੇ ਸਹੀ ਨੇ। ਠੀਕ ਹੈ, ਉਹਨਾਂ ਨੇ ਕ੍ਰਿਟੀਕਲ ਪੀਰੀਅਡ ਆਫ ਲੈਂਗੁਏਜ ਡਿਵੈਲਪਮੈਂਟ ਵੀ ਦੱਸਿਆ ਹੈ, LAD ਬਾਰੇ ਵੀ ਦੱਸਿਆ ਅਤੇ ਯੂਨੀਵਰਸਲ ਗ੍ਰਾਮਰ ਬਾਰੇ ਵੀ ਦੱਸਦਾ ਹੈ। ਅਗਲਾ ਕੁਐਸਚਨ ਲਾਸਟ ਹੈ ਜੀ, ਰਚਨਾਤਮਕ ਲੇਖਨ ਗਤੀਵਿਧੀ ਦੀ ਯੋਜਨਾ ਹੋਣੀ ਚਾਹੀਦੀ ਹੈ, ਕਿਹਨਾਂ ਲਈ ਹੋਣੀ ਚਾਹੀਦੀ ਹੈ? ਕ੍ਰੀਏਟਿਵ ਰਾਈਟਿੰਗ ਸ਼ੁੱਡ ਬੀ। ਠੀਕ ਹੈ, ਫਸਟ ਹੈ ਪਹਿਲੇ ਲੈਵਲ ਦੇ ਲਈ ਯਾਨੀ ਜਿਹੜੇ ਉਹ ਵਾਲੇ ਬੱਚੇ ਜਿਹੜੇ ਗ੍ਰੇਡ ਲੈਵਲ 'ਤੇ ਪੜ੍ਹ ਰਹੇ ਨੇ। ਸੈਕਿੰਡ ਹੈ ਕੇਵਲ ਉਹਨਾਂ ਬੱਚਿਆਂ ਲਈ ਜਿਹੜੇ ਸ਼ਬਦ ਜੋੜ ਅਤੇ ਸੰਯੁਕਤ ਵਾਕ ਲਿਖ ਸਕਦੇ ਨੇ। ਥਰਡ ਹੈ ਕੇਵਲ ਉਹਨਾਂ ਬੱਚਿਆਂ ਲਈ ਜਿਹੜੇ ਅਖਬਾਰਾਂ ਲਈ ਲਿਖਣਾ ਚਾਹੁੰਦੇ ਨੇ। ਅਤੇ ਲਾਸਟ ਹੈ ਸਾਰੇ ਬੱਚਿਆਂ ਲਈ। ਤਾਂ ਦੇਖੋ ਜਿਹੜੀ ਰਾਈਟਿੰਗ ਐਕਟੀਵਿਟੀ ਹੈ ਯਾਨੀ ਕ੍ਰੀਏਟਿਵ ਯਾਨੀ ਜੋ ਮਰਜ਼ੀ ਤੁਸੀਂ ਆਪਣੇ ਦਿਮਾਗ ਦੇ ਨਾਲ ਲਿਖ ਸਕਦੇ ਹੋ, ਤਾਂ ਉਹ ਹੋਊਗਾ ਜੀ ਸਾਰੇ ਬੱਚਿਆਂ ਲਈ। ਠੀਕ ਹੈ, ਕਿਉਂਕਿ ਦੇਖੋ ਹਰੇਕ ਦੀ ਜਿਹੜੀ ਲਰਨਿੰਗ ਪ੍ਰੋਸੈਸ ਹੈ ਅਲੱਗ ਹੈ, ਹਰੇਕ ਦੀ ਜਿਹੜੀ ਕਹਿ ਲਓ ਵੀ ਕਿਸੇ ਤਰੀਕੇ ਨਾਲ ਕੋਈ ਹੋਰ ਸਿੱਖਦਾ ਹੈ, ਦੂਜਾ ਬੱਚਾ ਕਿਸੇ ਹੋਰ ਤਰੀਕੇ ਨਾਲ ਸਿੱਖਦਾ ਹੈ ਨਾ। ਉਹ ਕਿਉਂ ਹੈ? ਕਿਉਂਕਿ ਹਰੇਕ ਦਾ ਆਪਣਾ ਆਪਣਾ ਜਿਹੜਾ ਦਿਮਾਗ ਹੈ। ਠੀਕ ਹੈ, ਤਾਂ ਇਹ ਸਾਰੇ ਬੱਚਿਆਂ ਲਈ ਜਿਹੜੀ ਹੈ ਯੋਜਨਾ ਹੋਣੀ ਚਾਹੀਦੀ, ਐਕਟੀਵਿਟੀ ਹੋਣੀ ਚਾਹੀਦੀ ਹੈ। ਕਲੀਅਰ ਹੈ? ਅਤੇ ਇਹ ਹੁਣ ਤੱਕ ਦੇ ਕੁਐਸਚਨ ਆਏ ਹੋਏ ਨੇ ਜੀ ਇਸ ਚੈਪਟਰ ਦੇ ਵਿੱਚੋਂ। ਤਾਂ ਇਹ ਆਪਣਾ ਚੈਪਟਰ ਜੀ ਆਲਮੋਸਟ ਕਵਰ ਹੋ ਚੁੱਕਿਆ ਹੈ। ਇੱਕ ਗੱਲ ਯਾਦ ਜ਼ਰੂਰ ਰੱਖਿਓ ਹੋਰ, ਇਹ ਚੈਪਟਰ ਆਪਣਾ 2 ਚੀਜ਼ਾਂ 'ਤੇ ਬਣਿਆ ਹੋਇਆ ਸੀ, ਲੈਂਗੁਏਜ ਐਂਡ ਥੋਟ। ਠੀਕ ਹੈ, ਲੈਂਗੁਏਜ ਬਾਰੇ ਆਪਾਂ ਬਹੁਤ ਡਿਟੇਲ ਨਾਲ ਸਮਝ ਚੁੱਕੇ ਹਾਂ, ਇਹ ਤੋਂ ਬਾਹਰ ਜਿਹੜਾ ਕੁਐਸਚਨ ਨਹੀਂ ਆਉਣ ਵਾਲਾ। ਹੁਣ 2 ਮਿੰਟ ਤੁਸੀਂ ਥੋਟ ਬਾਰੇ ਸੁਣ ਲਿਓ, ਫਿਰ ਆਪਣਾ ਇਹ ਪੂਰਾ ਚੈਪਟਰ ਕੰਪਲੀਟ ਹੈ। ਠੀਕ ਹੈ, ਲਾਸਟ ਦੇ ਵਿੱਚ ਥੋਟ ਬਾਰੇ ਜ਼ਰੂਰ ਸਮਝ ਲੈਣਾ। ਤਾਂ ਥੋਟ ਕੀ ਹੁੰਦਾ ਹੈ ਜੀ? ਥੋਟ ਹੁੰਦਾ ਹੈ ਵਿਚਾਰ। ਵਿਚਾਰ ਕੀ ਹੁੰਦਾ ਹੈ? ਜੋ ਆਪਾਂ ਸੋਚਦੇ ਹਾਂ ਹੈ ਨਾ, ਉਸੇ ਨੂੰ ਆਪਾਂ ਕਹਾਂਗੇ ਨਾ ਥੋਟ। ਤਾਂ ਇਹ ਜਿਹੜਾ ਥੋਟ ਹੈ ਜਿਸ ਨੂੰ ਆਪਾਂ ਕਹਾਂਗੇ ਕੋਗਨੇਟਿਵ ਡਿਵੈਲਪਮੈਂਟ, ਥੋਟ ਜਿਹੜੇ ਨੇ ਕੋਗਨੇਟਿਵ ਡਿਵੈਲਪਮੈਂਟ ਦੇ ਅੰਦਰ ਆਉਂਦੇ ਨੇ। ਤਾਂ ਇਹਨਾਂ ਵਿਚਾਰਾਂ ਦਾ ਵਿਕਾਸ ਕਿਸ ਤਰੀਕੇ ਨਾਲ ਹੁੰਦਾ ਹੈ? ਠੀਕ ਹੈ, ਫਸਟ ਸਟੈਪ ਹੁੰਦਾ ਹੈ ਜੀ ਇਸਦਾ ਵਿਸ਼ਾਲ ਬੌਧਿਕ ਰੁਚੀਆਂ, ਯਾਨੀ ਜਿਹੜੇ ਬੱਚੇ ਦਾ ਕਾਫੀ ਜ਼ਿਆਦਾ ਇੰਟੈਲੈਕਚੁਅਲ ਇੰਟਰਸਟ ਹੈ ਉਹਦੇ ਸ਼ਬਦ ਵੱਧ ਹੋਣਗੇ, ਉਹਦੇ ਥੋਟਸ ਵੱਧ ਹੋਣਗੇ। ਕਲੀਅਰ ਹੈ? ਹੁਣ ਦੇਖੋ ਜਿਹਦਾ ਦਿਮਾਗ ਜ਼ਿਆਦਾ ਹੈ ਉਹਦੇ ਕੋਲ ਬਹੁਤ ਵਧੀਆ ਥੋਟਸ ਆਉਣਗੇ। ਇਹ ਤਾਂ ਗੱਲ ਆਪਾਂ ਨੂੰ ਸਮਝ ਆਉਂਦੀ ਹੈ ਨਾ ਕਿ ਜਿਹੜੇ ਬੱਚੇ ਸ਼ਿਸ਼ੂ ਕਾਲ ਦੇ ਵਿੱਚ ਹੁੰਦੇ ਨੇ ਉਹ ਬੱਚਿਆਂ ਦੀ ਰੁਚੀ ਕੇਵਲ ਉਹਨਾਂ ਗੱਲਾਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਦਾ ਸੰਬੰਧ ਉਹਨਾਂ ਦੇ ਰਿਲੇਟਡ ਹੁੰਦਾ ਹੈ, ਜਿਵੇਂ ਛੋਟੀਆਂ ਗੱਲਾਂ, ਭੁੱਖ ਹੋ ਗਈ, ਉਹਨਾਂ ਦੀ ਖੁਰਾਕ ਹੋ ਗਈ। ਹੌਲੀ ਹੌਲੀ ਜਦੋਂ ਉਹ ਵੱਡੇ ਹੋਣ ਲੱਗ ਜਾਂਦੇ ਨੇ ਉਹਨਾਂ ਦੀ ਦਿਲਚਸਪੀ ਖਿਡੌਣਿਆਂ ਦੇ ਵਿੱਚ ਹੋ ਜਾਂਦੀ ਹੈ ਨਾ। ਤਾਂ ਇਸੇ ਤਰ੍ਹਾਂ ਜਦੋਂ ਟਾਈਮ ਗੁਜ਼ਰਦਾ ਜਾਂਦਾ ਹੈ ਉਹਨਾਂ ਦੇ ਥੋਟਸ ਜਿਹੜੇ ਨੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ। ਕਲੀਅਰ ਹੈ? ਅੱਗੇ ਆਪਾਂ ਗੱਲ ਕਰ ਲਈਏ ਤਾਂ ਦੇਖੋ ਥੋਟਸ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਾਈਨਸ ਅਤੇ ਸਿੰਬਲਸ ਦਾ ਵੀ ਇਸਤੇਮਾਲ ਕਰਦੇ ਨੇ ਹੈ ਨਾ, ਸੋਚਦੇ ਨੇ ਬੱਚੇ। ਥਰਡ ਆਪਾਂ ਗੱਲ ਕਰ ਲਈਏ ਅਮੂਰਤ ਵਿਚਾਰ ਦੀ ਯੋਗਤਾ, ਯਾਨੀ ਜਿਹੜੇ ਬੱਚੇ ਨੂੰ ਚੀਜ਼ਾਂ ਦਿਖਦੀਆਂ ਵੀ ਨਹੀਂ ਹੈਗੀਆਂ ਉਹਦੇ ਬਾਰੇ ਵੀ ਬੱਚਾ ਸੋਚਣ ਲੱਗ ਜਾਂਦਾ ਹੈ ਨਾ। ਤਾਂ ਉਹ ਕੀ ਹੁੰਦੇ ਨੇ? ਅਮੂਰਤ ਵਿਚਾਰ ਹੁੰਦੇ ਨੇ, ਜਿਹੜੇ ਉਹਨੂੰ ਦਿਖਦੇ ਨਹੀਂ, ਐਬਸਟਰੈਕਟ ਹੁੰਦੇ ਨੇ। ਤਾਂ ਉਹ ਵੀ ਜਿਹੜੀ ਐਬਿਲਿਟੀ ਆ ਹੌਲੀ ਹੌਲੀ ਬੱਚੇ ਦੇ ਥੋਟਸ ਦੇ ਵਿੱਚ ਜਿਹੜੀ ਹੈ ਉਹ ਬਣਨ ਲੱਗ ਜਾਂਦੀ ਹੈ। ਕਲੀਅਰ ਹੈ? ਇਸੇ ਤਰ੍ਹਾਂ ਉਮਰ ਵਧਣ ਦੇ ਨਾਲ ਨਾਲ ਬੱਚਿਆਂ ਦੇ ਵਿੱਚ ਜਗਿਆਸਾ ਵੱਧਦੀ ਹੈ, ਉਹ ਬਹੁਤ ਸਾਰੇ ਪ੍ਰਸ਼ਨ ਪੁੱਛਦਾ ਹੈ, ਇਹ ਕਿਉਂ ਹੈ, ਕਿਵੇਂ ਹੈ, ਕਿਸ ਨੇ ਬਣਾਇਆ ਹੈ ਨਾ। ਸ਼ਿਸ਼ੂ ਕਾਲ ਦੇ ਵਿੱਚ ਜ਼ਿਆਦਾ ਪੁੱਛੇ ਜਾਂਦੇ ਨੇ। ਤਾਂ ਉਹ ਕੀ ਹੈ? ਉਹ ਥੋਟਸ ਨੇ, ਥੋਟ ਉਹਦੇ ਦੇ ਵਿੱਚ ਦਿਮਾਗ ਦੇ ਵਿੱਚ ਆਇਆ ਤਾਂ ਹੀ ਉਹਨੇ ਪੁੱਛਿਆ। ਅਗਲਾ ਆਪਣੇ ਕੋਲ ਐਬਿਲਿਟੀ ਟੂ ਡੀਲ ਵਿਦ ਆਈਡੀਆਜ਼, ਯਾਨੀ ਵਿਚਾਰਾਂ ਨੂੰ ਸਮਝਣ ਦੀ ਯੋਗਤਾ ਬੱਚੇ ਆਪਣੇ ਅੰਦਰ ਪੈਦਾ ਕਰਦੇ ਨੇ। ਠੀਕ ਹੈ, ਨਿਰਣਾ ਲੈਣ ਦੀ ਯੋਗਤਾ, ਹੌਲੀ ਹੌਲੀ ਉਹਨਾਂ ਦੇ ਵਿੱਚ ਐਬਿਲਿਟੀ ਆ ਜਾਂਦੀ ਹੈ ਡਿਸੀਜਨ ਲੈਣ ਦੀ। ਅੱਗੇ ਆਪਣੇ ਕੋਲ ਕਪੈਸਿਟੀ ਫੋਰ ਇੰਟੈਲੈਕਚੁਅਲ ਕਮਿਊਨੀਕੇਸ਼ਨ, ਯਾਨੀ ਕਿ ਉਹ ਬੌਧਿਕ ਵਿਚਾਰ ਵਟਾਂਦਰੇ ਦੀ ਜਿਹੜੀ ਯੋਗਤਾ ਹੈ ਉਹ ਬਣਾ ਲੈਂਦੇ ਨੇ ਆਪਣੇ ਅੰਦਰ ਹੈ ਨਾ, ਇੱਕ ਦੂਜੇ ਨਾਲ ਉਹ ਆਪਣੇ ਵਿਚਾਰ ਸ਼ੇਅਰ ਕਰਦੇ ਨੇ। ਲਾਸਟ ਹੈ ਆਪਣੇ ਕੋਲ ਇਨਕਰੀਜ਼ ਇਨ ਕ੍ਰੀਏਟਿਵ ਪ੍ਰੋਬਲਮ ਸੋਲਵਿੰਗ, ਯਾਨੀ ਕਿ ਉਹ ਬੱਚੇ ਜਿਹੜੇ ਨੇ ਜੋ ਪ੍ਰੋਬਲਮ ਸੋਲਵ ਕਰਨਾ ਚਾਹੁੰਦੇ ਨੇ ਉਹ ਆਪਣੇ ਥੋਟਸ ਦੇ ਵਿੱਚ ਲੈ ਕੇ ਚੱਲਦੇ ਨੇ ਪਹਿਲਾਂ। ਠੀਕ ਹੈ, ਫਿਰ ਉਸਨੂੰ ਪ੍ਰੋਬਲਮ ਨੂੰ ਸੋਲਵ ਕਰਦੇ ਨੇ, ਯਾਨੀ ਕਿ ਪਹਿਲਾਂ ਉਹਦੇ 'ਤੇ ਵਿਚਾਰ ਚਰਚਾ ਕਰਦੇ ਨੇ, ਹੌਲੀ ਹੌਲੀ ਸਿੱਖਦੇ ਨੇ, ਸੋਚਦੇ ਨੇ, ਤਾਂ ਹੀ ਜਿਹੜੀ ਉਹਨਾਂ ਦੀ ਇਹ ਜਿਹੜੀ ਸਕਿੱਲ ਹੈ ਜਾਂ ਫਿਰ ਜੋ ਉਹਨਾਂ ਦੀ ਭਾਸ਼ਾ ਹੈ ਨਾ ਉਹ ਵੀ ਡਿਵੈਲਪ ਹੋ ਜਾਂਦੀ ਹੈ। ਤਾਂ ਮੇਨ ਚੀਜ਼ ਥੋਟ ਦੇ ਵਿੱਚ ਇਹੀ ਸਮਝਣ ਦੀ ਸੀ, ਜਿਹੜਾ ਬੱਚਾ ਹੈ ਉਹ ਵੱਖ-ਵੱਖ ਤਰੀਕੇ ਨਾਲ ਸਿੱਖਦਾ ਹੈ, ਸਮਝਦਾ ਹੈ ਆਪਣੇ ਵਿਚਾਰਾਂ ਨੂੰ। ਠੀਕ ਹੈ, ਉਹ ਅਲੱਗ-ਅਲੱਗ ਲੈਵਲ 'ਤੇ ਅਲੱਗ-ਅਲੱਗ ਤਰੀਕੇ ਦੇ ਜਿਹੜੇ ਥੋਟਸ ਨੇ ਉਹਨਾਂ ਨੂੰ ਪ੍ਰੋਡਿਊਸ ਕਰਦਾ ਹੈ। ਕਲੀਅਰ ਹੈ? ਤਾਂ ਇਹ ਹੈਗਾ ਸੀ ਜੀ ਆਪਣਾ ਟੌਪਿਕ, ਬਹੁਤ ਹੀ ਛੋਟਾ ਜਿਹੜਾ ਚੈਪਟਰ ਸੀ ਇਹ। ਇਸ ਦੇ ਨਾਲ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਹੁਣਿਓ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਕਲਾਸਿਸ ਦੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਜਿਹੜੇ ਨੇ ਉਹ ਮਿਲਦੇ ਰਹਿਣ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਠੀਕ ਹੈ, ਤਾਂ ਕਿ ਉਹ ਵੀ ਜਿਹੜੀ ਹੈ ਬਿਨਾਂ ਕਿਸੇ ਕੋਚਿੰਗ ਤੋਂ, ਬਿਨਾਂ ਕਿਸੇ ਫੀਸ ਤੋਂ ਜਿਹੜੀ ਹੈ ਬਹੁਤ ਵਧੀਆ ਤਿਆਰੀ ਕਰ ਸਕਣ। ਕਲੀਅਰ ਹੈ? ਤਾਂ ਇੱਕ ਕੁਐਸਚਨ ਮੈਂ ਤੁਹਾਡੇ ਕੋਲ ਕਮੈਂਟ ਦੇ ਲਈ ਛੱਡ ਕੇ ਜਾ ਰਹੀ ਹਾਂ। ਠੀਕ ਹੈ, ਉਹ ਮੈਂ ਤੁਹਾਨੂੰ ਸਮਝਾਇਆ ਸੀ ਇਸ ਚੈਪਟਰ ਦੇ ਵਿੱਚ। ਤਾਂ ਚੋਮਸਕੀ ਦੇ ਅਨੁਸਾਰ ਉਹਨਾਂ ਨੇ ਇੱਕ ਟਰਮ ਦਿੱਤੀ ਸੀ LAD, ਉਹਦੀ ਤੁਸੀਂ ਫੁੱਲ ਫੋਰਮ ਜਿਹੜੀ ਹੈ ਕਮੈਂਟਸ ਦੇ ਵਿੱਚ ਦੱਸਣੀ ਹੈ।
ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਸਮਝਾਇਆ ਸੀ ਕਿ ਜਿਹੜੇ ਚੋਮਸਕੀ ਨੇ ਉਹਨਾਂ ਨੇ ਇੱਕ ਸਿਧਾਂਤ ਦਿੱਤਾ ਸੀ LAD, ਉਸ ਦੀ ਫੁੱਲ ਫਾਰਮ ਕੀ ਆ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ। ਠੀਕ ਹੈ, ਜੇਕਰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ, ਉੱਥੇ ਤੁਹਾਨੂੰ ਪੂਰਾ PDF ਜਿਹੜਾ ਕਲਾਸ ਦਾ ਉਹ ਅਵੇਲੇਬਲ ਹੋ ਜਾਂਦਾ ਹੈ। ਕਲੀਅਰ ਹੈ ਜੀ। ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਜੀ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।